ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਜਤਿੰਦਰ ਸਿੰਘ। ਅਜਨਾਲਾ ਦੇ ਵਿੱਚ ਬੀਤੇ ਦਿਨੀ ਜੋ ਘਟਨਾਕ੍ਰਮ ਵਾਪਰਿਆ ਉਹ ਸਭ ਜਾਣਦੇ ਹਾਂ, ਪਰ ਉਸ ਤੋਂ ਬਾਅਦ ਹੁਣ ਪ੍ਰਤੀਕਰਮ ਸਿਆਸੀ ਲੋਕਾਂ ਦੇ ਕੀ ਕੁਝ ਆ ਰਹੇ, ਸਿੱਖ ਜਥੇਬੰਦੀਆਂ ਇਸ ਤੇ ਕੀ ਕੁਝ ਆਖ ਰਹੀਆਂ ਨੇ, ਇਸ ਮਸਲੇ ਦੇ ਉੱਤੇ ਗੱਲਬਾਤ ਕਰਨੀ ਬੇहद ਅਹਿਮ ਹੈ। ਅਜਨਾਲਾ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਕਮੇਟੀ ਬਣਾ ਦਿੱਤੀ ਗਈ ਹੈ। ਉਹ ਕਮੇਟੀ ਇਸ ਮਾਮਲੇ ਦੀ ਜਾਂਚ ਕਰੇਗੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜੇਕਰ ਉੱਥੇ ਅੰਮ੍ਰਿਤਪਾਲ ਸਿੰਘ ਜਾਂ ਉਸਦੇ ਜਿਹੜੇ ਸਮਰਥਕ ਨੇ ਉਹ ਲੈ ਕੇ ਗਏ ਤਾਂ ਉਹ ਲਿਜਾਣਾ ਕਿੰਨਾ ਕੁ ਜਾਇਜ਼ ਸੀ, ਕਿਉਂਕਿ ਇਸੇ ਮਸਲੇ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ। ਵੱਖ-ਵੱਖ ਸਿੱਖ ਸੰਪਰਦਾਵਾਂ, ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ, ਵੱਖ-ਵੱਖ ਸਿਆਸਤਦਾਨ ਇਸ ਮਸਲੇ ਦੇ ਉੱਤੇ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨੇ ਦੇ ਉੱਤੇ ਲੈ ਰਹੇ ਆ ਕਿ ਆਖਰਕਾਰ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਕਿਉਂ ਬਣਾਇਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਗਿਆ, ਉਹਨਾਂ ਨੇ ਇਸ ਮਸਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਸ ਤੇ ਪ੍ਰਤੀਕਰਮ ਦਿੱਤਾ ਗਿਆ, ਉਹਨਾਂ ਨੇ ਵੀ ਇਸ ਘਟਨਾਕ੍ਰਮ ਦੀ ਨਿੰਦਾ ਕੀਤੀ। ਉਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਸਿਆਸਤਦਾਨ ਤੇ ਜਿਹੜੇ ਧਾਰਮਿਕ ਆਗੂ ਨੇ ਉਹ ਵੀ ਇਸ ਮਸਲੇ ਦੇ ਉੱਤੇ ਕਿੰਤੂ ਪਰੰਤੂ ਕਰ ਰਹੇ ਨੇ ਕਿ ਜੇਕਰ ਤੁਸੀਂ ਜਾਣਾ ਸੀ ਤੁਸੀਂ ਆਪ ਜਾਂਦੇ, ਪਰ ਤੁਸੀਂ ਆਪਣੇ ਨਿੱਜੀ ਕੰਮ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾਇਆ। ਹਾਲਾਂਕਿ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਉਸਨੇ ਇਹ ਆਖਿਆ ਸੀ ਕਿ ਮੈਂ ਨਿੱਜੀ ਨਹੀਂ, ਮੈਂ ਇਹ ਕੌਮ ਦੇ ਲਈ ਕਰ ਰਿਹਾ, ਔਰ ਜੇਕਰ ਪੁਲਿਸ ਨੇ ਧੱਕਾ ਕੀਤਾ ਸੀ ਤਾਂ ਅਸੀਂ ਉੱਥੇ ਆਪਣੇ ਸਾਥੀ ਨੂੰ ਛੁਡਾਉਣ ਦੇ ਲਈ ਗਏ ਸੀ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਊਟ ਆਸਰਾ ਅਸੀਂ ਲੈਣਾ ਸੀ, ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਨਾਲ ਲੈ ਕੇ ਗਏ। ਪਰ ਸਵਾਲ ਇਸ ਗੱਲ ਨੂੰ ਲੈ ਕੇ ਖੜੇ ਹੋ ਰਿਹਾ ਕਿ ਜੇਕਰ ਦੂਸਰੇ ਧੜੇ ਵਾਲੇ ਪਾਸਿਓਂ ਜੇਕਰ ਕੋਈ ਕਾਰਵਾਈ ਕੀਤੀ ਜਾਂਦੀ ਜਾਂ ਉੱਥੇ ਮਾਹੌਲ ਖਰਾਬ ਹੁੰਦਾ ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਕੋਈ ਸੱਟ ਵੱਜਦੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜੇਕਰ ਬੇਅਦਬੀ ਹੁੰਦੀ ਤਾਂ ਫਿਰ ਉਸ ਦਾ ਜ਼ਿੰਮੇਵਾਰ ਕੌਣ ਸੀ। ਅੱਜ ਇਸੇ ਮਸਲੇ ਦੇ ਉੱਤੇ ਚਰਚਾ ਕਰਾਂਗੇ, ਪਰ ਉਸ ਤੋਂ ਪਹਿਲਾਂ ਜੋ ਬਿਆਨ ਵੱਖ-ਵੱਖ ਸਿਆਸਤਦਾਨਾਂ ਦੇ, ਸਿਆਸੀ ਆਗੂਆਂ ਦੇ ਤੇ ਬਾਕੀ ਧਾਰਮਿਕ ਆਗੂਆਂ ਦੇ ਆ ਰਹੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ। ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਦੇ ਉੱਤੇ ਕੀ ਕੁਝ ਆਖਦੇ ਆ, ਆਓ ਸੁਣਦੇ ਹਾਂ। की चीज़ है, कानूनी अवस्था तोड़ी जा रही है, कॉन्स्टिट्यूशन कोई कुछ समझ नहीं रहा, कानून कोई कुछ समझ नहीं रहा, जैसे जी करता है करी जा रहे हैं। अब ये तरीका क्या है, अगर किसी को पुलिस ने गलत पकड़ा है तो फिर कोर्ट में जाओ, देयर इज ए कॉन्स्टिट्यूशन, कानून है इसमें। ये कैसे कि आप जाके अजनाले के पुलिस स्टेशन में आप हमला बोलो, पुलिस वालों को जख्मी करो, और वहाँ सबसे बड़ी बात मेरा का कोई सिख को पसंद नहीं होगा कि आप गुरु ग्रंथ साहब का प्रकाश वहाँ कर दो। तो ये बहुत बुरी बातें हो रही हैं यहाँ, और मुझे समझ नहीं आती कि ये लोग जो इतिहास पढ़ते हैं, और ये अमृतपाल तो इतिहास को कोट करता रहता है, उसको मालूम नहीं कि क्या हुआ है पंजाब में। 35,000 लोग मरे हैं इधर, 1900 पुलिस वाले मरे हैं, तो क्या फिर बिगाड़ करना चाहते हैं इधर? ਸੁਣ ਲਿਆ। ਇਸ ਤੋਂ ਇਲਾਵਾ ਜੋ ਬਾਕੀ ਸਿਆਸੀ ਪਾਰਟੀਆਂ ਦੇ ਲੋਕ ਨੇ ਉਹ ਕੀ ਕੁਝ ਆਖਦੇ ਆ ਉਹ ਵੀ ਤੁਹਾਨੂੰ ਸੁਣਵਾ ਦਈਏ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਇਨਵੈਸਟਮੈਂਟ ਸਮਿਟ ਦਾ ਢੋਂਗ ਰਚ ਰਹੇ, ਔਰ ਉਸੇ ਵਕਤ ਇੱਕ ਤਸਵੀਰ ਹੋਰ ਸਾਹਮਣੇ ਆ ਰਹੀ ਹੈ ਜਦੋਂ ਪੰਜਾਬ 'ਚ ਕਨਸਟੀਟਿਊਸ਼ਨਲ ਕ੍ਰਾਈਸਿਸ ਖੜਾ ਹੋ ਰਿਹਾ। ਪੁਲਿਸ ਥਾਣੇ ਤੇ ਕਬਜ਼ਾ ਹੋ ਜਾਊਗਾ, ਪੁਲਿਸ ਸਰੈਂਡਰ ਕਰ ਜੂਗੀ, ਪੁਲਿਸ ਮੂਕ ਦਰਸ਼ਕ ਬਣ ਕੇ ਬੈਠੀ ਰਹੂਗੀ, ਔਰ ਪੁਲਿਸ ਆਪ ਦੀ ਭੱਜ ਜੂਗੀ। ਜੇ ਇਹੀ ਹਾਲਾਤ ਰਹੇ, ਇਹਨਾਂ ਹਾਲਾਤਾਂ ਕਰਕੇ ਪੰਜਾਬ 'ਚ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਦੇ ਚਰਚਾ ਹੁੰਦੇ ਆ। ਇਹ ਮਾਨ ਦੀ ਸਰਕਾਰ ਪੰਜਾਬ 'ਚ ਕਾਨੂੰਨ ਵਿਵਸਥਾ ਦੇ ਮਾਮਲੇ 'ਚ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ। देश संविधान नाल चलता है, देश कानून नाल चलता है। किसी नूं इतराज है कि गलत FIR हो गई है, इनक्वायरी मंग ले, लेकिन इस प्रकार जाके उत्ते तांडव करना और प्रशासन का पूरी तरह नाल समर्पण कर देना, ये पंजाब लिए कोई अच्छा संकेत नहीं है। पंजाब में बहुत बुरे हालात है लॉ एंड ऑर्डर के, और लॉ एंड ऑर्डर के ये ऐसे लग रहा है कि दोनों पार्टियां मिलकर कर रही है, बीजेपी और आम आदमी पार्टी, क्योंकि लॉ एंड ऑर्डर खराब होगा, बीजेपी अंदर जा नहीं पा रही पंजाब की। तो ये इनको सोचना चाहिए। पंजाब एक देश को आईना दिखाने वाली स्टेट है, मेहनती लोगों की स्टेट है, और ये अराजकता फैलाई जा रही है वहाँ पंजाब में। ये देखो ग्राउंड की धरातल को देखो ना, वहाँ क्या है,
वहां लोग हथियारों के साथ शरेआम फिर रहे हैं, घूम रहे हैं, थाने के ऊपर जाकर कब्जा हो रहा है, पुलिस आदमी को छोड़ रही है, एक दिन में इंक्वायरी हो रही है। क्या आम आदमी के लिए ऐसा कानून है कि एक दिन में इंक्वायरी करके आप आदमी छोड़ दो? केजरीवाल का सपना पीएम बनने का है, लेकिन पंजाब को आग में धकेल कर वो पीएम नहीं बन सकते, ये मैं आपको उनको बता देना चाहता हूँ। देखो, आप दिल्ली का स्टेटस और है, पंजाब का स्टेटस अलग है। ਢਿੱਲੋਂ ਦੀ ਸਾਜ਼ਿਸ਼ ਹੈ ਜਿਸ ਤਹਿਤ ਪੰਜਾਬ ਦਾ ਮਾਹੌਲ ਖਰਾਬ ਹੋਰ ਹੋਊਗਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤੇ ਬਾਅਦ ਵਿੱਚ ਜੋ ਇੱਕ ਟਸਲ ਚੱਲ ਰਹੀ ਹੈ ਗਵਰਨਰ ਤੇ ਮੁੱਖ ਮੰਤਰੀ ਦੀ ਉਹਨੂੰ ਹੋਰ ਹਵਾ ਦੇ ਕੇ ਉਹਨੂੰ ਹੋਰ ਮਤਲਬ ਹਾਲਤ ਨੂੰ ਮਾੜੀ ਦਿਖਾ ਕੇ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਤਿਆਰੀ ਹੈਗੀ ਤਾਂ ਕਿ ਬੀਜੇਪੀ ਜਿਹੜੀ ਹੁਣ ਟੇਢੇ ਢੰਗ ਨਾਲ ਮਤਲਬ ਕੋਸ਼ਿਸ਼ਾਂ ਕਰ ਰਹੀ ਹੈ ਕਿ ਪੰਜਾਬ 'ਚ ਆਪਣਾ ਆਧਾਰ ਬਣਾਇਆ ਜਾਵੇ ਤਾਂ ਉਹ ਰਾਸ਼ਟਰਪਤੀ ਰਾਜ ਦੌਰਾਨ ਆਪਣੇ ਆਧਾਰ ਨੂੰ ਮਜ਼ਬੂਤ ਕਰਕੇ ਸਨ 24 ਦੇ ਇਲੈਕਸ਼ਨਾਂ 'ਚ ਪਾਰਲੀਮੈਂਟ ਦੀਆਂ ਤੇ ਉਸ ਤੋਂ ਬਾਅਦ ਜਿਹੜੀ 27 ਦੀਆਂ ਹੈਗੀਆਂ ਇਲੈਕਸ਼ਨਾਂ ਵਿਧਾਨ ਸਭਾ ਦੀਆਂ ਉਹ 'ਚ ਆਪਣੀ ਹਾਲਤ ਮਜ਼ਬੂਤ ਕਰ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕੀਤੇ। ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਸਿਆਸਤਦਾਨ ਨੇ ਉਹ ਵੀ ਆਮ ਆਦਮੀ ਪਾਰਟੀ ਨੂੰ ਇਸ ਮਸਲੇ ਤੇ ਨਿਸ਼ਾਨੇ ਤੇ ਲੈ ਰਹੇ ਨੇ, ਪਰ ਆਮ ਆਦਮੀ ਪਾਰਟੀ ਇਸ ਘਟਨਾਕ੍ਰਮ ਦੇ ਉੱਤੇ ਕੀ ਕੁਝ ਆਖਦੀ ਹੈ ਉਹ ਵੀ ਸੁਣਵਾ ਦਿੰਦੇ ਹਾਂ। ਵਿੱਚ ਜਿਸ ਤਰ੍ਹਾਂ ਦੇ ਨਾਲ ਘਟਨਾ ਵਾਪਰੀ ਹੈ, ਵਾਰਿਸ ਪੰਜਾਬ ਦੀ ਜਥੇਬੰਦੀ ਦੇ ਆਗੂ ਨੇ ਅੰਮ੍ਰਿਤਪਾਲ ਸਿੰਘ ਉਹ ਪਾਲਕੀ ਸਾਹਿਬ ਲੈ ਕੇ ਜਾਂਦੇ ਨੇ। ਇਸ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਹਾਂ। ਮਲਵਿੰਦਰ ਜੀ, ਕੀ ਲੱਗਦਾ ਹੈ ਤੁਹਾਨੂੰ, ਤੁਹਾਡੇ ਹਿਸਾਬ ਦੇ ਨਾਲ ਕਿੰਨਾ ਕੁ ਜਾਇਜ਼ ਹੈ? ਜਿਵੇਂ ਅੱਜ ਕੱਲ੍ਹ ਬੜਾ ਆਮ ਹੋ ਗਿਆ ਹੈ ਕਿ ਜਿੱਥੇ ਵੀ ਧਰਨਾ ਲੱਗਦਾ ਹੈ ਉੱਥੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਕਰ ਦਿੰਦੇ ਨੇ, ਉੱਥੇ ਲੈ ਕੇ ਜਾਂਦੇ ਨੇ, ਕੀ ਲੱਗਦਾ ਤੁਹਾਨੂੰ ਇਹ ਜਾਇਜ਼ ਹੈ? ਨਹੀਂ, ਦੇਖੋ, ਅਜਨਾਲੇ ਵਾਲੀ ਘਟਨਾ ਨੂੰ ਤੇ ਬਿਲਕੁਲ ਜਾਇਜ਼ ਠਹਿਰਾਇਆ ਨਹੀਂ ਜਾ ਸਕਦਾ ਔਰ ਇਹ ਬਹੁਤ ਵੱਡੀ ਕੌਨਸਪੀਰੇਸੀ ਸੀ ਪੰਜਾਬ ਦੇ ਖਿਲਾਫ। ਈਵਨ ਪੰਜਾਬ ਪੁਲਿਸ ਉਦੋਂ ਸਮਝਦਾਰੀ ਨਾਲ ਕੰਮ ਨਾ ਲੈਂਦੀ ਤਾਂ ਮੈਨੂੰ ਲੱਗਦਾ ਇੱਥੇ ਦੂਜਾ ਬਰਗਾੜੀ ਜਿਹੜਾ ਹੈ ਦੁਹਰਾਇਆ ਜਾ ਸਕਦਾ ਸੀ। ਔਰ ਇਹ ਉਹ ਤਾਕਤਾਂ ਆ ਜਿਹੜੇ ਪੰਜਾਬ ਦਾ ਭਾਈਚਾਰਾ, ਅਮਨ ਸ਼ਾਂਤੀ ਖਰਾਬ ਕਰਨਾ ਚਾਹੁੰਦੇ ਆ। ਪੰਜਾਬ ਜਿਹੜਾ ਕਦੀ ਵੀ ਕਮਿਊਨਲ ਵਾਇਲੈਂਸ ਦਾ ਸ਼ਿਕਾਰ ਨਹੀਂ ਰਿਹਾ ਉਹਨੂੰ ਉਹਦੇ ਵੱਲ ਧੱਕਣਾ ਚਾਹੁੰਦੇ ਆ। ਭੀੜ ਤੰਤਰ ਪੰਜਾਬ ਦਾ ਕਦੀ ਵੀ ਕਲਚਰ ਨਹੀਂ ਰਿਹਾ ਉਹਦੇ ਵੱਲ ਪੰਜਾਬ 'ਚ ਵਧਾਉਣਾ ਚਾਹੁੰਦੇ ਆ। ਸੋ ਗੁਰੂ ਸਾਹਿਬ ਦਾ ਓਟ ਆਸਰਾ ਤੇ ਸਾਰੀ ਦੁਨੀਆ ਲੈਂਦੀ ਹੈ, ਲੇਕਿਨ ਜਿਸ ਤਰੀਕੇ ਨਾਲ ਇੱਕ ਛੋਟੇ ਜਿਹੇ ਪਰਚੇ ਦੀ ਖਾਤਰ ਅੰਮ੍ਰਿਤਪਾਲ ਔਰ ਇਹਨਾਂ ਦੇ ਜਿਹੜੇ ਸਮਰਥਕਾਂ ਨੇ ਗੁਰੂ ਸਾਹਿਬ ਨੂੰ ਢਾਲ ਵਰਤ ਕੇ ਔਰ ਜਿਸ ਤਰ੍ਹਾਂ ਦਾ ਉੱਥੇ ਗੁੰਡਾਗਰਦੀ ਕੀਤੀ ਹੈ, ਬਿਲਕੁਲ ਵੀ ਮਾਫ ਕਰਨ ਯੋਗ ਨਹੀਂ ਹੈ। ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਇੱਕ ਵਾਰ ਫਿਰ ਸਾਡੀ ਪੰਜਾਬ ਪੁਲਿਸ ਦਾ। ਉਹਨਾਂ ਨੇ ਗੁਰੂ ਸਾਹਿਬ ਦੇ ਅਦਬ ਸਤਿਕਾਰ 'ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਔਰ ਆਪਣੇ ਜਿਹੜੀਆਂ ਸੱਟਾਂ ਆ ਆਪਣੀ ਸਰੀਰ ਤੇ ਆਪਣੇ ਚਿਹਰਿਆਂ ਤੇ ਖਾਧੀਆਂ ਔਰ ਪੰਜਾਬ ਦੀ ਜਿਹੜਾ ਜਜ਼ਬਾ ਹੈ ਉਹਨੂੰ ਬਰਕਰਾਰ ਰੱਖਿਆ, ਗੁਰੂ ਸਾਹਿਬ ਦਾ ਸਤਿਕਾਰ ਬਰਕਰਾਰ ਰੱਖਿਆ। ਤਾਂ ਜਿਸ ਤਰ੍ਹਾਂ ਦੇ ਨਾਲ ਅਜਨਾਲਾ ਦੇ ਵਿੱਚ ਘਟਨਾ ਵਾਪਰੀ ਹੈ, ਮਹਾਰਾਜ ਸਾਹਿਬ ਦਾ ਪ੍ਰਕਾਸ਼ ਜਿਸ ਤਰ੍ਹਾਂ ਦੇ ਨਾਲ ਪਾਲਕੀ ਸਾਹਿਬ ਦੇ ਵਿੱਚ ਲੈ ਕੇ, ਜਿਸ ਤਰ੍ਹਾਂ ਮਲਵਿੰਦਰ ਕੰਗ ਜੀ ਨੇ ਵੀ ਕਿਹਾ ਕਿ ਇੱਕ ਨਿੱਜੀ ਆਪਣੇ ਪਰਚੇ ਦੀ ਖਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਜਿਹੜੀ ਹੈ ਉਹ ਲੈ ਕੇ ਜਾਈ ਜਾਂਦੀ ਹੈ, ਥਾਣੇ ਦੇ ਵਿੱਚ ਲਈ ਜਾਂਦੀ ਹੈ, ਜਿਸ ਨੂੰ ਮੰਦਭਾਗਾ ਵੀ ਦੱਸਿਆ ਗਿਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਘਟਨਾਵਾਂ ਨਾ ਹੋਣ, ਇਸ ਲਈ ਪੰਜਾਬ ਸਰਕਾਰ ਜਿਹੜੀ ਹੈ ਅੱਗੇ ਇਸ ਕੇਸ ਦੇ ਉੱਤੇ ਬੜੀ ਪੈਰਵਾਈ ਕਰ ਰਹੀ ਹੈ। ਵੀਡੀਓ ਜਰਨਲਿਸਟ ਸੀ ਇਹਦੇ ਨਾਲ ਪ੍ਰਿਯੰਕਾ ਮਿਲੂ, ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ। ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਹੈ ਔਰ ਸਾਡੇ ਨਾਲ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਜੁੜਨਗੇ। ਇਸ ਤੋਂ ਇਲਾਵਾ ਸਾਬਕਾ ਜਿਹੜੇ ਡੀਜੀਪੀ ਨੇ ਉਹ ਵੀ ਜੁੜਨਗੇ। ਉਹਨਾਂ ਤੋਂ ਜਾਣਾਂਗੇ ਕਿ ਕਾਨੂੰਨੀ ਪੱਖ ਇਸ ਦੇ ਵਿੱਚ ਕੀ ਕਹਿੰਦਾ ਜਾਂ ਫਿਰ ਪੁਲਿਸ ਦੇ ਵੱਲੋਂ ਕਿਉਂ ਕਾਰਵਾਈ ਨਹੀਂ ਕੀਤੀ ਗਈ ਜਾਂ ਪੁਲਿਸ ਜੋ ਬਿਆਨ ਦੇ ਰਹੀ ਹੈ ਉਹਦੇ ਵਿੱਚ ਕਿੰਨਾ ਕੁ ਆਪਾਂ ਸੋਚ ਸਕਦੇ ਹਾਂ ਕਿ ਉਹ ਕਿੰਨਾ ਕੁ ਗੰਭੀਰ ਹੈ ਜਾਂ ਫਿਰ ਉਹ ਬਿਆਨ ਕੀ ਜਸਟੀਫਾਈ ਕਰ ਸਕਦਾ ਇਸ ਸਾਰੇ ਘਟਨਾਕ੍ਰਮ ਨੂੰ। ਤਾਂ ਸਾਰੇ ਮਹਿਮਾਨ ਸਾਡੇ ਨਾਲ ਜੁੜ ਗਏ ਨੇ। AK ਪਾਂਡੇ ਸਾਬਕਾ ਡੀਜੀਪੀ ਨੇ, ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਸਰ, ਸਾਡੇ ਚੈਨਲ ਦੇ ਉੱਤੇ ਸਵਾਗਤ ਹੈ ਜੀ। ਭਾਜਪਾ ਤੋਂ ਮਨਜਿੰਦਰ ਸਿੰਘ ਸਿਰਸਾ ਸਾਡੇ ਨਾਲ ਨੇ, ਉਹਨਾਂ ਦਾ ਵੀ ਸਵਾਗਤ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੱਲੋਂ ਮਾਲਵਿੰਦਰ ਸਿੰਘ ਕੰਗ ਸਾਡੇ ਨਾਲ ਨੇ, ਉਹਨਾਂ ਦਾ ਵੀ ਸਵਾਗਤ। ਤੇ ਜਿਹੜਾ ਗੁਰਦਰਸ਼ਨ ਸਿੰਘ ਢਿੱਲੋਂ ਸਿੱਖ ਚਿੰਤਕ ਨੇ, ਇਹਨਾਂ ਸਾਰੇ ਮਸਲਿਆਂ ਦੇ ਉੱਤੇ ਖੁੱਲ੍ਹ ਕੇ ਵਿਵਾਕੀ ਦੇ ਨਾਲ ਬੋਲਦੇ ਆ ਔਰ ਸਮਝ ਵੀ ਰੱਖਦੇ ਆ। ਉਹਨਾਂ ਤੋਂ ਵੀ ਜਾਣਾਂਗੇ ਕਿ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਿਹੜੇ ਸਵਾਲ ਖੜੇ ਹੋ ਰਹੇ ਨੇ, ਮਰਿਆਦਾ ਕੀ ਕਹਿੰਦੀ ਹੈ ਔਰ ਜੋ ਇਹ ਸਭ ਕੁਝ ਘਟਨਾਕ੍ਰਮ ਹੋਇਆ ਇਹ ਕਿੰਨਾ ਕੁ ਜਾਇਜ਼ ਸੀ। ਸਭ ਤੋਂ ਪਹਿਲਾਂ ਮਨਜਿੰਦਰ ਸਿਰਸਾ ਹੋਣਾ ਕੋਲੇ ਮੇਰਾ ਸਵਾਲ ਹੈ, ਉਹਨਾਂ ਤੋਂ ਜਾਣਾਂਗੇ ਕਿ ਬੀਜੇਪੀ ਇਸ ਸਾਰੇ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਵੇਖਦੀ ਹੈ। ਬੀਜੇਪੀ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਹੈ। ਇਹ ਕਹਿੰਦੇ ਕਿ ਕਾਨੂੰਨ ਵਿਵਸਥਾ ਇਸ ਕਰਕੇ ਪੰਜਾਬ ਦੇ ਵਿੱਚ ਗੜਬੜਾ ਰਹੀ ਹੈ ਕਿ ਬੀਜੇਪੀ ਆਪਣਾ ਇੱਥੇ ਰਾਜ ਲਾਗੂ ਕਰ ਸਕੇ। ਸਿਆਸਤਦਾਨਾਂ ਨੇ ਤੁਹਾਡੇ ਤੇ ਵੀ ਸਵਾਲ ਖੜੇ ਕੀਤੇ ਹੈ, ਤੁਸੀਂ ਇਸ ਮਸਲੇ ਦੇ ਉੱਤੇ ਸਿਰਸਾ ਸਾਹਿਬ ਕੀ ਕਹਿੰਦੇ ਹੋ? ਨਹੀਂ, ਪਹਿਲਾਂ ਤੇ ਜਿਹੜੇ ਸਾਨੂੰ ਸਵਾਲ ਕਰ ਰਹੇ ਨੇ, ਸਰਕਾਰ ਉਹਨਾਂ ਦੀ ਆ,
ਜਿਹੜਾ ਨੂੰ ਲੱਗਦਾ ਹੈ ਕਿ ਬੀਜੇਪੀ ਦਾ ਆਗੂ ਉੱਥੇ ਕਾਨੂੰਨ ਵਿਵਸਥਾ ਖਰਾਬ ਕਰਨ ਨੂੰ ਚੁੱਕ ਕੇ ਜੇਲ੍ਹ 'ਚ ਪਾਉਣ, ਉਹਨੂੰ ਚੁੱਕ ਕੇ ਅੰਦਰ ਦੇਣ, ਕੌਣ ਮਨਾ ਕਰ ਰਿਹਾ ਹੈ? ਕਿਉਂਕਿ ਕੰਦੇ ਤੁਸੀਂ ਇਕੱਠੇ ਕੀਤੇ ਨੇ, ਪੈਸੇ ਤੁਸੀਂ ਲਏ ਨੇ, ਤੁਹਾਡਾ ਸੁਪਰ ਬੌਸ ਦਿੱਲੀ 'ਚ ਬੈਠ ਕੇ ਸਰਕਾਰ ਰਿਮੋਟ ਕੰਟਰੋਲ ਨਾਲ ਚਲਾ ਰਹੇ ਨੇ। ਔਰ ਪੰਜਾਬ ਦੇ ਅੰਦਰ ਜੋ ਹਾਲਾਤ ਬਣੇ ਨੇ ਉਹ ਕਾਰਨ ਕੀ ਆ? ਕਿਉਂਕਿ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ। ਪੰਜਾਬ ਦੇ ਅੰਦਰ ਮੈਂ ਨਹੀਂ ਕਹਿ ਰਿਹਾ, ਤੁਹਾਡੇ ਟੀਵੀ ਚੈਨਲਾਂ ਨੇ ਦਿਖਾਇਆ ਕਿ ਕਿਸ ਤਰ੍ਹਾਂ ਜਦੋਂ ਮੀਟਿੰਗਾਂ ਹੋ ਰਹੀਆਂ ਨੇ, ਉਹਨਾਂ ਮੀਟਿੰਗਾਂ ਦੇ ਅੰਦਰ ਕਿਸ ਤਰ੍ਹਾਂ ਜਿਹੜੇ ਦਿੱਲੀ ਤੋਂ ਲੋਕ ਭੇਜੇ ਗਏ ਨੇ ਉਹ ਮੀਟਿੰਗ ਕਰ ਰਹੇ ਨੇ ਸਰਕਾਰ ਦੀ। ਕਿਸ ਤਰ੍ਹਾਂ ਸਰਕਾਰ ਦੇ ਅੰਦਰ ਜਿਹੜੀ ਭਰਤੀ ਹੋ ਰਹੀ ਹੈ ਸਾਰੀ ਦਿੱਲੀ ਤੋਂ ਹੋ ਰਹੀ ਆ। ਜਿਹੜੇ ਮੀਡੀਆ ਇੰਚਾਰਜ ਨੇ ਉਹ ਦਿੱਲੀ ਤੋਂ ਭੇਜੇ ਗਏ ਨੇ। ਸੋਸ਼ਲ ਮੀਡੀਆ ਜਿਹੜਾ ਪੈਸਾ ਪੰਜਾਬ ਦਾ ਭਰਤੀਆਂ ਕੀਤੀਆਂ ਗਈਆਂ ਉਹ ਦਿੱਲੀ ਦੇ ਲੋਕਾਂ ਨੂੰ ਭਰਤੀ ਕੀਤੇ ਗਏ। ਮਤਲਬ ਸਾਰਾ ਕੁਝ ਦਿੱਲੀ ਕਰ ਰਹੀ ਆ। ਔਰ ਜਦੋਂ ਕੰਮ ਕਰਨ ਦੀ ਵਾਰੀ ਆਉਂਦੀ ਆ ਉਦੋਂ ਤੁਸੀਂ ਦੇਖੋ ਕਿ ਦਿੱਲੀ ਦੇਸ਼ 'ਚ ਪਹਿਲੀ ਵਾਰ ਦੇਖਿਆ ਗਿਆ ਹੋਊਗਾ ਕਿ ਪੁਲਿਸ ਸਟੇਸ਼ਨ ਤੇ ਕਬਜ਼ਾ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਕਿਉਂ ਨਹੀਂ ਕਾਰਵਾਈ ਕਰਦੀ? ਸਵਾਲ ਪੁੱਛੋ ਤੇ ਪਤਾ ਕੀ ਕਹਿਣਗੇ? ਨਹੀਂ ਦੇਖੋ ਜੀ ਸਾਨੂੰ ਪਤਾ ਹੈ ਇਹ ਜੀ ਜਿਹੜੀ ਦਿੱਲੀ ਆ ਨਾ ਜੀ, ਇਹ ਜੀ ਮੋਦੀ ਜਿਹੜਾ ਹੈ ਨਾ ਜੀ, ਇਹ ਜੀ ਜਦੋਂ ਤੱਕ ਕਿਸਾਨ ਸੰਘਰਸ਼ ਹੈ ਜੀ ਇਹ ਖਰਾਬ ਹੋ ਗਿਆ ਜੀ। ਉਹ ਸਾਰੀ ਗੱਲਾਂ ਠੀਕ ਨੇ ਭਰਾ। ਪੰਜਾਬ ਤੇ ਤੁਹਾਡੇ ਕੋਲ ਸਰਕਾਰ ਤੁਹਾਡੀ, ਪ੍ਰਸ਼ਾਸਨ ਤੁਹਾਡਾ ਡਾਂਗਾ ਤੁਹਾਡੀ ਕੁੱਟ ਖਾ ਰਹੀ ਆ, ਮੁਕੱਦਮਾ ਤੁਸੀਂ ਨਹੀਂ ਦਰਜ ਕਰ ਰਹੇ ਤੇ ਨਾਚ ਨਾ ਆਂਗਣ ਟੇੜਾ। ਅੱਛਾ ਇੱਕ ਚੀਜ਼ ਦੱਸਿਓ, ਜਿਹੜਾ ਤਰਕ ਇਹ ਦਿੰਦੇ ਆ, ਹੁਣੇ ਖਤਮ ਕਰ ਦੇਣੀ ਕਿਉਂਕਿ ਮੈਂ ਦੁਬਾਰਾ ਤੁਹਾਡੇ ਤੇ ਆ ਨਹੀਂ ਸਕਣਾ। ਇੱਕ ਦੂਜਾ ਸਵਾਲ ਮੈਂ ਦੋਵਾਂ ਦੇ ਜਵਾਬ ਦੇਣਾ। ਜਿੱਥੇ ਤੱਕ ਦੋ ਵਿਸ਼ੇ ਤੁਸੀਂ ਦੂਜੀ ਗੱਲ ਕੀਤੀ ਕਿ ਜੋ ਕਿਹਾ ਗਿਆ ਜੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਜਿਹੜੀ ਪਾਲਕੀ ਸਾਹਿਬ ਸਜਾ ਕੇ ਔਰ ਥਾਣੇ ਲਿਆਂਦੇ ਗਏ ਔਰ ਕਿਹਾ ਜਾ ਰਿਹਾ ਜੀ ਕਿ ਕੌਮੀ ਮਸਲਾ ਸੀ। ਦੇਖੋ ਕਿਸੇ ਨਿੱਜੀ ਬੰਦੇ ਨੂੰ ਨਿੱਜੀ ਕੰਮ ਵਾਸਤੇ, ਨਿੱਜੀ ਅਪਰਾਧ ਲਈ ਉਹ ਜੇਲ੍ਹ 'ਚ ਜਾਂਦਾ ਹੈ, ਉਹਨੇ ਠੀਕ ਅਰੈਸਟ ਕੀਤਾ, ਪੁਲਿਸ ਨੇ ਗਲਤ ਅਰੈਸਟ ਕੀਤਾ, ਮੈਂ ਉਹਦੇ ਤੇ ਨਹੀਂ ਜਾਂਦਾ। ਇਹ ਪੁਲਿਸ ਨੇ ਅਗਰ ਗਲਤ ਕੀਤਾ ਕੋਰਟ 'ਚ ਜਾਂਦੇ, ਧਰਨੇ ਪ੍ਰਦਰਸ਼ਨ ਹੁੰਦੇ, ਸਾਰਾ ਕੁਝ ਠੀਕ। ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਸ ਤਰੀਕੇ ਪਾਲਕੀ 'ਚ ਜੋ ਪੰਜਾਬ ਪੁਲਿਸ ਦੱਸਦੀ ਹੈ ਕਿ ਜੀ ਕੋਰਟ ਦੇ ਅੰਦਰ ਇਹਨਾਂ ਨੇ ਉੱਥੇ ਬੁਰਸ਼ਾਗਰਦੀ ਕੀਤੀ, ਕਿਰਪਾਨਾਂ ਚਲਾਈਆਂ, ਡਾਂਗਾਂ ਚਲਾਈਆਂ, ਜੋ ਪੰਜਾਬ ਪੁਲਿਸ ਨੇ ਅਫਸਰ ਸਟੇਟਮੈਂਟ ਜਾਰੀ ਕੀਤੀ ਆ। ਪਰ ਦੱਸੋ ਤੁਸੀਂ ਪੰਜਾਬ ਪੁਲਿਸ ਇਹ ਗੱਲ ਕਵੇ ਜੇ ਸਾਰਾ ਸੁਣ ਰਿਹਾ ਹੈ ਕਿ ਜੀ ਇਹ ਤੇ ਇਹਨਾਂ ਨੇ ਜਿਹੜੇ ਸੋਟੇ ਚਲਾਏ ਆ, ਜਿਹੜੀਆਂ ਕਿਰਪਾਨਾਂ ਚਲਾਈਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੂਪ ਦੀ ਆੜ ਅੰਦਰ ਚਲਾਈਆਂ ਨੇ, ਇਸ ਤੋਂ ਮਾੜਾ ਕੰਮ ਕੀ ਹੋ ਸਕਦਾ? ਤੁਸੀਂ ਕਿਵੇਂ ਜਸਟੀਫਾਈ ਕਰ ਸਕਦੇ ਜੀ? ਕਿਹੜਾ ਕੌਮੀ ਸੰਘਰਸ਼ ਸੀ? ਜਿਹੜਾ ਬੰਦਾ ਜੇਲ੍ਹ ਜਾਂਦੀ, ਕਿਹੜਾ ਕੌਮ ਵਾਸਤੇ ਸੰਘਰਸ਼ ਕਰਦਾ ਜੇਲ੍ਹ 'ਚ ਤੁਹਾਨੂੰ ਦੱਸੋ। ਜੋ ਕੀਤਾ ਗਿਆ ਹੈ ਪਰ ਅਫਸੋਸ ਦੀ ਗੱਲ ਇਹ ਆ ਇਹਦੇ ਉੱਤੇ ਕੱਲ੍ਹ ਜਥੇਦਾਰ ਸਾਹਿਬ ਨੇ ਜ਼ਰੂਰ ਸੰਗਿਆਨ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਚੁੱਕਿਆ ਜਥੇਦਾਰ ਸਾਹਿਬ ਦਾ ਕੱਲ੍ਹ ਸੰਗਿਆਨ ਆਇਆ। ਲੇਕਿਨ ਇਹ ਬਹੁਤ ਵੱਡਾ ਪਾਪ ਅਜਰ ਗੁਨਾਹ ਹੈ। ਜੇ ਕਿਸ ਤਰੀਕੇ ਨਾਲ ਤੁਰ ਪਾਵਾਂਗੇ ਫਿਰ ਤੇ ਕੋਈ ਸੀਮਾ ਹੀ ਨਹੀਂ ਰਹਿ ਜੂ। ਕੋਈ ਵੀ ਬੰਦਾ ਲਊਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੱਕੇ ਲਾਊ ਔਰ ਪਿੱਛੇ ਜਾ ਕੇ ਤੇ ਆਪਣਾ ਉਹਨਾਂ ਦੀ ਵੋਟ ਦੇ ਅੰਦਰ ਜਾ ਕੇ ਪਿੱਛੇ ਕਰਨਾ, ਲੋਕਾਂ ਨੂੰ ਮਾਰਨਾ। ਚਲੋ ਠੀਕ ਹੈ। ਚਲੋ ਆਮ ਆਦਮੀ ਪਾਰਟੀ ਤੋਂ ਵੀ ਇਹਦਾ ਜਵਾਬ ਆਪਾਂ ਲੈ ਲੈਂਦੇ ਹਾਂ। ਕੰਗ ਸਾਹਿਬ ਤੁਸੀਂ ਇਸ ਤੇ ਕੀ ਕਹਿੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਤਰਕ ਦਿੱਤਾ ਜਾ ਰਿਹਾ ਹੈ ਕਿ ਸਿਰਫ ਉਹੀ ਇੱਕ ਕਾਰਨ ਸੀਗਾ ਜਾਂ ਉਹਦੇ ਪਿੱਛੇ ਹੋਰ ਸਿਆਸੀ ਕਾਰਨ ਵੀ ਲੁਕੇ ਹੋਏ ਆ ਕਿ ਤੁਸੀਂ ਕਾਰਵਾਈ ਨਹੀਂ ਕਰ ਸਕੇ ਜਾਂ ਫਿਰ ਹਮਲਾ ਜਿਹੜਾ ਥਾਣੇ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਾਂਦੇ ਆ, ਜਾਂ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਸੀ, ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਕਿ ਇੰਨੀ ਗਿਣਤੀ ਹੋ ਜਾਏਗੀ ਕਿ ਸਾਨੂੰ ਸਾਹਮਣਾ ਔਖਾ ਹੋ ਜਾਊਗਾ ਔਰ ਤਿਆਰੀਆਂ ਪਹਿਲਾਂ ਨਹੀਂ ਇਸ ਤਰ੍ਹਾਂ ਦੀਆਂ ਹੋਈਆਂ ਸੀ? ਮਾਲਵਿੰਦਰ ਕੰਗ ਹੋਣਾ ਨਾਲ ਦੁਬਾਰਾ ਅਸੀਂ ਜੁੜਾਂਗੇ, ਪਰ ਉਸ ਤੋਂ ਪਹਿਲਾਂ ਏ.ਕੇ. ਪਾਂਡੇ ਸਾਡੇ ਨਾਲ ਜੁੜੇ ਹੋਏ ਨੇ, ਸਾਬਕਾ ਡੀਜੀਪੀ ਨੇ। ਇਹਨਾਂ ਤੋਂ ਜਾਣਦੇ ਆ ਕਿ ਜੋ ਪੁਲਿਸ ਇਸ ਗੱਲ ਨੂੰ ਜਸਟੀਫਾਈ ਕਰ ਰਹੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਸਤਿਕਾਰ ਕੀਤਾ ਔਰ ਮਾਮਲਾ ਵਧੇ ਨਾ, ਇਸ ਕਰਕੇ ਅਸੀਂ ਕੋਈ ਬਹੁਤੀ ਕਾਰਵਾਈ ਨਹੀਂ ਕਰ ਸਕੇ। ਅਸੀਂ ਹਾਲਾਂਕਿ ਰੋਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਗਿਣਤੀ ਜ਼ਿਆਦਾ ਸੀ, ਉਹਨਾਂ ਦੇ ਕੋਲੇ ਤੇਜ਼ਦਾਰ ਹਥਿਆਰ ਵੀ ਸੀਗੇ। ਇਸੇ ਕਰਕੇ ਹੀ ਜਿਹੜਾ ਉਹਨਾਂ ਨੇ ਅੰਦਰ ਉਹ ਸ਼ਮੂਲੀਅਤ ਕਰ ਲਈ, ਅੰਦਰ ਵੜਨ ਦੇ ਵਿੱਚ ਉਹ ਕਾਮਯਾਬ ਹੋ ਗਏ। ਪਰ ਅਸੀਂ ਬੜੀ ਸੂਝ-ਬੂਝ ਦੇ ਨਾਲ ਇਹ ਸਾਰਾ ਕੁਝ ਰੋਕਿਆ। ਪਾਂਡੇ ਸਾਹਿਬ ਕਿਸ ਤਰ੍ਹਾਂ ਵੇਖੀਏ ਜਿਹੜਾ ਪੁਲਿਸ ਨੇ ਇਹ ਬਿਆਨ ਦਿੱਤਾ ਆ, ਕੀ ਤੁਹਾਨੂੰ ਵੀ ਲੱਗਦਾ ਕਿ ਇਹ ਬਿਆਨ ਵਾਜਬ ਹੈ? ਇਹ ਜੋ ਉਹਨਾਂ ਨੇ ਉੱਥੇ ਮਾਹੌਲ ਬਣਾਇਆ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਕੋਈ ਬਹੁਤੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਔਰ ਇਹ ਗੱਲ ਕਹਿੰਦੇ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਕਰਕੇ ਅਸੀਂ ਬਹੁਤਾ ਕੁਝ ਨਹੀਂ ਕਰ ਸਕੇ, ਤੁਹਾਨੂੰ ਲੱਗਦਾ ਕਿ ਜਸਟੀਫਾਈ ਕੀਤਾ ਜਾ ਸਕਦਾ? ਠੀਕ ਹੈ। कृषि जो है मूल्य प्रदान के लिए जो ये उपद्रवी मॉब उत्थे जाके ਜਿਹੜਾ ਉਤਪਾਦ ਕੀਤਾ, ਥਾਣੇ ਦਾ ਘੇਰਾਓ ਕੀਤਾ,
ਪੁਲਿਸ ਨੂੰ ਕੁੱਟਿਆ, ਇਹ ਬਹੁਤ ਹੀ ਦੁਰਭਾਗਯਪੂਰਨ ਘਟਨਾ ਹੋਈ ਹੈ। ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਸਰੂਪ ਦਾ ਉੱਥੇ ਲੈ ਜਾਣ ਦਾ ਸਵਾਲ ਹੈ, ਇਹ ਨਵੀਂ ਗੱਲ ਹਮ ਦੇਖ ਰਹੇ हैं ਅਸੀਂ, ਪਰ ਫਿਰ ਵੀ ਮੈਂ ਕਹਾਂਗਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋਣਾ ਚਾਹੀਦਾ, ਪਰ ਉਹਦੇ ਆੜ ਵਿੱਚ ਜਿਹੜੇ ਕ੍ਰਿਮੀਨਲ ਉਪਦਰਵੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ। ਅਤੇ ਅਜਨਾਲਾ ਵਿੱਚ ਟੋਟਲ ਮੈਂ ਕਹਾਂਗਾ ਕਿ ਪੁਲਿਸ ਦਾ ਫੇਲਿਓਰ ਸੀ, ਜਾਂ ਉਹਨੂੰ ਅੰਦਾਜ਼ਾ ਨਹੀਂ ਸੀ, ਉਹਨਾਂ ਦਾ ਇੰਟੈਲੀਜੈਂਸ ਨਹੀਂ ਸੀ, ਜਾਂ ਉਹਨਾਂ ਦਾ ਇਰਾਦਾ ਨਹੀਂ ਸੀ, ਹੌਸਲਾ ਨਹੀਂ ਸੀ। पर ये घटना नहीं वापरनी चाहिए थी। ठीक है, ठीक है। सो मैं यही कहूँगा कि ठीक है, ਤੁਹਾਡੇ ਕੋਲੇ ਦੁਬਾਰਾ ਆਉਣੇ ਤਾਂ ਫੇਲਿਓਰ ਹੈ ਜੀ, ਦੁਬਾਰਾ ਜ਼ਰੂਰ ਤੁਹਾਡੇ ਨਾਲ ਜੁੜਾਂਗੇ ਅਸੀਂ। ਗੁਰਦਰਸ਼ਨ ਸਿੰਘ ਢਿੱਲੋਂ ਹੋਣੀ ਵੀ ਸਾਡੇ ਨਾਲ ਜੁੜੇ ਆ। ਢਿੱਲੋਂ ਸਾਹਿਬ, ਗੁਰੂ ਸਾਹਿਬ ਦੀ ਮਰਿਆਦਾ ਕੀ ਕਹਿੰਦੀ ਹੈ? ਜਿਸ ਹਿਸਾਬ ਦੇ ਨਾਲ ਇਸ ਘਟਨਾਕ੍ਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਮਰਥਕ, ਤਾਂ ਉਹ ਤਾਂ ਇਸ ਚੀਜ਼ ਨੂੰ ਜਸਟੀਫਾਈ ਕਰਨਗੇ ਕਿ ਹਾਂ ਅਸੀਂ ਓਟ ਆਸਰਾ ਲੈ ਕੇ ਗਏ, ਜਾਂ ਉੱਥੇ ਅਸੀਂ ਪਹਿਲਾਂ ਹੀ ਕਿਹਾ ਸੀਗਾ ਪ੍ਰਸ਼ਾਸਨ ਨੂੰ ਕਿ ਅਸੀਂ ਪ੍ਰਕਾਸ਼ ਕਰਾਂਗੇ, ਜੇਕਰ ਸਾਡੇ ਸਾਥੀ ਨੂੰ ਨਾ ਛੱਡਿਆ ਗਿਆ ਤਾਂ ਅਸੀਂ ਉੱਥੇ ਪੱਕਾ ਧਰਨਾ ਲਾ ਕੇ ਜਿਹੜਾ ਉਹ ਬੈਠ ਜਾਣਾ। ਪਰ ਕੀ ਇਹ ਮਰਿਆਦਾ ਦੇ ਅਨੁਕੂਲ ਸੀਗਾ, ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਪ੍ਰਕਾਸ਼ ਨੂੰ ਲੈ ਕੇ ਕੀ ਕੁਝ ਕਹਿੰਦੀ ਹੈ? ਵਿਰੋਧੀ ਸਵਾਲ ਚੱਕ ਰਹੇ ਨੇ, ਪਰ ਤੁਹਾਡਾ ਕੀ ਤਰਕ ਹੈ ਇਹਦੇ ਤੇ? ਦੇਖੋ, ਪਹਿਲੀ ਚੀਜ਼ ਤਾਂ ਇਹਦਾ ਕੌਜ਼ ਕੀ ਆ, ਕੌਜ਼ ਤੇ ਇਫੈਕਟ ਦੇ ਨਾਲ ਹੀ ਇਤਿਹਾਸ ਡੀਲ ਕਰਦਾ। ਇੱਕ ਬੰਦੇ ਨੂੰ ਤੁਸੀਂ ਅਰੈਸਟ ਕਰ ਲਿਆ ਪੁਲਿਸ ਨੇ, ਔਰ ਪੁਲਿਸ ਦੀਆਂ ਐਟਰੋਸਿਟੀਜ਼ ਜਿਹੜੀਆਂ ਹੈਗੀਆਂ ਸਿੱਖਾਂ ਨੇ ਪਿਛਲੇ ਸਾਲਾਂ ਦੇ ਵਿੱਚ 80s ਦੇ ਵਿੱਚ 90s ਦੇ ਵਿੱਚ ਬਹੁਤ ਜ਼ਿਆਦਾ ਬੇਅਰ ਕੀਤੀਆਂ। ਗੈਰ ਕਾਨੂੰਨੀ ਜੋ ਅਤਿਆਚਾਰ ਸਿੱਖਾਂ ਤੇ ਹੋਏ ਆ, ਗੈਰ ਕਾਨੂੰਨੀ ਢੰਗ ਦੇ ਨਾਲ 1984 ਨਵੰਬਰ ਦੇ ਵਿੱਚ ਸਾਰੇ ਮੁਲਕ ਦੇ ਵਿੱਚ ਸਿੱਖਾਂ ਦਾ ਕਤਲੋਗਾਰਤ ਹੋਇਆ। ਕਿਹੜਾ ਕਾਨੂੰਨ ਆ, ਕਿਹੜੀ ਸੈਂਟੀਟੀ ਆ, ਕਿਹੜਾ ਰੂਲ ਆਫ ਲਾਅ ਆ, ਕਿਹੜੀ ਜੁਡੀਸ਼ਰੀ, ਜਿਹੜੀ ਅੱਜ ਜੁਡੀਸ਼ਰੀ ਤੇ ਡਿਬੇਟ ਹੋ ਰਹੀ ਆ, ਔਰ ਉਹਦੇ ਵਿੱਚ ਤੁਸੀਂ ਇਹ ਚੀਜ਼ ਦੇਖੋ ਕਿ ਜੁਡੀਸ਼ਰੀ ਨੇ ਉੱਥੇ ਸੁਓ ਮੋਟੋ ਨੋਟਿਸ ਕਿਉਂ ਨਹੀਂ ਲਿਆ ਨਵੰਬਰ ਦੇ ਵਿੱਚ? ਫੌਜ ਤਿਆਰ ਆ, ਫੌਜ ਨੂੰ ਇੰਪਲਾਈ ਨਹੀਂ ਕੀਤਾ ਜਾ ਰਿਹਾ। ਸਮਝੇ ਕਿ ਨਹੀਂ? ਸਿੱਖਾਂ ਦਾ ਇੱਕ ਇਤਿਹਾਸ ਆ ਇਸ ਮੁਲਕ ਦੇ ਵਿੱਚ ਜਿਨ੍ਹਾਂ ਤੇ ਲਗਾਤਾਰ ਅਤਿਆਚਾਰ ਹੋਏ ਆ, ਜ਼ੁਲਮੋ ਸਿਤਮ ਹੋਏ ਆ, ਰੂਲ ਆਫ ਲਾਅ ਦੀ ਐਪਲੀਕੇਸ਼ਨ ਨਹੀਂ ਹੋਈ। ਤੇ ਜੇ ਉਹਨਾਂ ਨੂੰ ਇੰਡੀਅਨ ਕਨਸਟੀਟਿਊਸ਼ਨ ਨੇ ਸਹਾਰਾ ਨਹੀਂ ਦਿੱਤਾ ਤਾਂ ਉਹ ਕਿਹਦਾ ਸਹਾਰਾ ਸੀ ਕਰਨ? ਕਿਹਦੇ ਸਹਾਰੇ ਲੱਗਣ? ਕਿਹਦੇ ਲੜ ਲੱਗਣ? ਹੁਣ ਇੱਥੇ ਇਹੀ ਗੱਲਾਂ ਬਾਰ-ਬਾਰ ਮੈਂ ਸੁਣ ਰਿਹਾ, ਥੋੜੀਆਂ ਬਹੁਤੀਆਂ ਮੈਨੂੰ ਸੁਣੀਆਂ ਜੋ ਗੱਲਾਂ ਜੀ ਫਲਾਣੇ ਦਿੱਲੀ ਦੇ ਅਧੀਨ ਆ। ਜਿੰਨੇ ਅੱਜ ਤੱਕ ਦੇ ਚੀਫ ਮਿਨਿਸਟਰ ਹੋਏ ਆ, ਕੈਰੋਂ ਤੋਂ ਲੈ ਕੇ ਅੱਜ ਦੇ ਮੌਜੂਦਾ ਚੀਫ ਮਿਨਿਸਟਰ ਤੱਕ, ਸਾਰੇ ਦਿੱਲੀ ਉਹਨਾਂ ਨੂੰ ਦਿੱਲੀ ਚਲਾਉਂਦੀ ਰਹੀ ਆ। ਮਾਫ ਕਰਨਾ, ਪ੍ਰਕਾਸ਼ ਸਿੰਘ ਬਾਦਲ ਨੂੰ ਕੌਣ ਚਲਾਉਂਦਾ ਰਿਹਾ? ਕੌਣ ਸੀ, ਕੀ ਸੀ ਬੀਜੇਪੀ ਦੀ ਹੈਸੀਅਤ? ਪੰਜਾਬ ਦੇ ਜਿੰਨੀਆਂ 4 ਸੀਟਾਂ ਜਿੱਤਦੀ ਸੀ ਬੀਜੇਪੀ, ਸਮਝੇ ਕਿ ਨਹੀਂ? ਇਸੇ ਤਰੀਕੇ ਕਾਂਗਰਸ ਨੂੰ ਕੌਣ ਚਲਾਉਂਦਾ ਰਿਹਾ? ਕਾਂਗਰਸ ਨੂੰ ਸਾਰੀ ਦਿੱਲੀ ਚਲਾਉਂਦੀ ਰਹੀ ਹੈ। ਕੈਰੋਂ ਤੋਂ ਲੈ ਕੇ ਹੁਣ ਤੱਕ ਨਹਿਰੂ ਹਮੇਸ਼ਾ ਡਿਕਟੇਟ ਕਰਦਾ ਰਿਹਾ ਪੰਜਾਬ ਦੇ ਅਫੇਅਰ ਦੇ ਵਿੱਚ। ਇਤਿਹਾਸ ਦਾ ਖੋਖੋ ਐਵੇਂ ਖਾਮ ਮਤਲਬ ਇੱਕ ਬੰਦੇ ਨੂੰ ਤੁਸੀਂ, ਨਿਰਦੋਸ਼ ਬੰਦੇ ਨੂੰ ਤੁਸੀਂ ਉਹਦੇ ਤੇ ਕੇਸ ਰਜਿਸਟਰ ਕਰਦੇ ਹੋ, ਜਦਕਿ ਉਹ ਕੱਲ ਦੇ ਇੰਡੀਅਨ ਐਕਸਪ੍ਰੈਸ 'ਚ ਬੜੀ ਕਲੀਅਰਲੀ ਲਿਖਿਆ ਹੋਇਆ ਕਿ ਉਹ ਬੰਦਾ ਉੱਥੇ ਆਪਣੀ ਵਾਈਫ ਦੀ ਡਿਲੀਵਰੀ ਦੇ ਵਿੱਚ ਹਸਪੀਟਲ 'ਚ ਪ੍ਰੈਜ਼ੈਂਟ ਸੀਗਾ। ਫਿਰ ਉਹ ਜਿਹੜਾ ਹੈਗਾ ਕਿ ਜਿਹੜਾ ਜਥੇਦਾਰ ਆ ਜਿਹੜਾ ਲੈ ਕੇ ਗਿਆ ਇਸ ਜੱਥੇ ਨੂੰ, ਉਹ ਬਾਰ-ਬਾਰ ਕਹਿ ਰਿਹਾ ਵੀ ਮੇਰੇ ਤੋਂ ਐਵੀਡੈਂਸ ਲੈ ਲਓ, ਮੈਂ ਤੁਹਾਨੂੰ ਸਾਰੀ ਚੀਜ਼ ਪ੍ਰੂਫ ਦੇ ਦਿੰਦਾ ਵੀ ਉਹ ਬੰਦਾ ਉੱਥੇ ਹੈ ਹੀ ਨਹੀਂ ਸੀ। ਤਾਂ ਕਿਉਂ ਨਹੀਂ ਇੰਨੇ ਦਿਨ ਪੁਲਿਸ ਸੁੱਤੀ ਰਹੀ? ਕਿਉਂ ਸੁੱਤੀ ਰਹੀ ਪੁਲਿਸ? ਜੀ, ਮੈਨੂੰ ਇਹ ਜਵਾਬ ਦਿਓ ਨਾ ਇਸ ਗੱਲ ਦਾ।
ਜਿਹੜੇ ਆ ਚੀਕਾਂ ਮਾਰ ਰਹੇ ਆ ਇੱਥੇ ਬੈਠੇ ਤੁਹਾਡੇ ਚੈਨਲ ਦੇ ਉੱਤੇ, ਉਹ ਮੈਨੂੰ ਜਵਾਬ ਦੇਣ। ਉਹ ਕਿੰਨੇ ਦਿਨਾਂ ਦਾ ਕਹਿ ਰਿਹਾ, ਕੀ ਉਹਦਾ ਨਾਮ ਮੈਨੂੰ ਤਾਂ ਅੰਮ੍ਰਿਤਪਾਲ ਸਿੰਘ, ਉਹ ਕਿੰਨੇ ਦਿਨਾਂ ਦਾ ਕਹਿ ਰਿਹਾ ਵੀ ਆ ਕੇ ਮੇਰੇ ਤੋਂ ਸਬੂਤ ਲੈ ਲਓ, ਮੈਂ ਤੁਹਾਨੂੰ ਐਵੀਡੈਂਸ ਦਿੰਦਾ, ਮੈਂ ਤੁਹਾਨੂੰ ਪ੍ਰੂਫ ਦਿੰਦਾ ਵੀ ਉਹ ਬੰਦਾ ਉੱਥੇ ਹੈ ਹੀ ਨਾ ਸੀ ਜਿੱਥੇ ਝਗੜਾ ਹੋਇਆ ਇਹ। ਤੋ ਸਾਰਾ ਕਾਸਟ ਦਾ ਸਾਰਾ ਇਹ ਕਾਰਨ ਤਾਂ ਇਹੀ ਹੈ ਪੁਲਿਸ ਦੀ, ਜਿਹੜੀ ਜਿਸ ਕਿਸਮ ਦੀਆਂ ਸਿੱਖਾਂ ਦੇ ਉੱਤੇ ਕਰਦੀ ਰਹੀ ਅਤਿਆਚਾਰ, ਜ਼ੁਲਮੋ ਸਿਤਮ ਚੱਲੇ ਆ ਰਹੇ ਆ 1947 ਤੋਂ ਡਾਊਨ ਅਪ ਟੂ ਦੀ ਪ੍ਰੈਜ਼ੈਂਟ। ਕਿਹਦਾ ਸਹਾਰਾ ਲੈਣ ਸਿੱਖ? ਠੀਕ ਹੈ, ਕਿੱਥੇ ਜਾਣ ਸਿੱਖ? ਚਲੋ ਆਪਾਂ ਮੈਨੂੰ ਐ ਦੱਸੋ, ਇਹਨਾਂ ਤੋਂ ਪੁੱਛੋ, ਆ ਜਿਹੜੇ ਤੁਹਾਡੇ ਚੀਕਾਂ ਮਾਰ ਰਹੇ ਨਾ, ਇਹਨਾਂ ਨੂੰ ਪੁੱਛੋ। ਬਿਲਕੁਲ, ਇਹਨਾਂ ਨੂੰ ਸਵਾਲ, ਪਾਣੀਆਂ ਦੇ ਉੱਤੇ ਕਿਹੜਾ ਇੰਡੀਅਨ ਕਨਸਟੀਟਿਊਸ਼ਨ ਅਪਲਾਈ ਕੀਤਾ ਉਹਨਾਂ ਨੇ? ਇਹਨਾਂ ਨੂੰ ਆਪਾਂ ਸਵਾਲ ਕਰਾਂਗੇ। ਮਾਲਵਿੰਦਰ ਕੰਗ ਸਰਕਾਰ ਦੇ ਵੱਲੋਂ ਸਾਡੇ ਨਾਲ ਦੁਬਾਰਾ ਜੁੜਦੇ ਆ ਤੇ ਉਹਨਾਂ ਨੂੰ ਆਪਾਂ ਇਹ ਸਵਾਲ ਕਰਾਂਗੇ। ਉਸ ਤੋਂ ਇਲਾਵਾ ਸਾਬਕਾ ਡੀਜੀਪੀ ਵੀ ਆਪਣੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਵੀ ਇਹ ਸਵਾਲ ਕਰਾਂਗੇ। ਪਰ ਇੱਕ ਜਿਹੜਾ ਹਵਾਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਦੇ ਰਹੇ ਨੇ ਕਿ ਲਿਜਾਣਾ ਚਾਹੀਦਾ ਸੀ, ਨਹੀਂ ਲਿਜਾਣਾ ਚਾਹੀਦਾ ਸੀ, ਉਸ ਚੀਜ਼ ਨੂੰ ਕਿੰਨਾ ਕੁ ਜਾਇਜ਼ ਠਹਿਰਾਉਣੇ ਹੋ ਜਾਂ ਉਹਦੀ ਮਰਿਆਦਾ ਕੀ ਕਹਿੰਦੀ ਹੈ, ਉਸ ਬਾਰੇ ਵੀ ਕੁਝ ਸ਼ਬਦ ਜ਼ਰੂਰ ਦੱਸਿਓ ਜੀ। ਗੁਰਦਰਸ਼ਨ ਜੀ, ਮੇਰੀ ਆਵਾਜ਼ ਆ ਰਹੀ ਤੁਹਾਡੇ ਕੋਲੇ? ਦੁਬਾਰਾ ਕੋਸ਼ਿਸ਼ ਕਰਦੇ ਹਾਂ ਜੇ ਉਹਨਾਂ ਨਾਲ ਸੰਪਰਕ ਬਣਦਾ। ਮੈਨੂੰ ਲੱਗਦਾ ਆਵਾਜ਼ ਜਿਹੜੀ ਉਹਨਾਂ ਦੀ ਕੱਟ ਗਈ ਹੈ। ਪਾਂਡੇ ਜੀ, ਤੁਹਾਡੇ ਤੋਂ ਇਸ ਚੀਜ਼ ਦਾ ਜਵਾਬ ਕਿ ਜੇ ਇੱਕ ਵਿਅਕਤੀ ਇਹ ਗੱਲ ਕਹਿੰਦਾ ਰਿਹਾ ਕਿ ਮੇਰੇ ਉੱਤੇ ਪਰਚਾ ਹੋਇਆ, ਮੇਰੇ ਸਾਥੀਆਂ ਦੇ ਉੱਤੇ ਪਰਚਾ ਹੋਇਆ, ਉਹ ਨਜਾਇਜ਼ ਹੈ, ਅਸੀਂ ਉਸ ਜਗ੍ਹਾ ਦੇ ਉੱਤੇ ਮੌਜੂਦ ਨਹੀਂ ਸੀ, ਔਰ ਸਰਕਾਰ ਨੂੰ ਇਹ ਵੀ ਕਿਹਾ ਜਾਂਦਾ, ਪ੍ਰਸ਼ਾਸਨ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਉਹਦੀ ਇਨਕੁਆਇਰੀ ਕਰ ਲਓ, ਸਾਨੂੰ ਉਸ ਬਾਬਤ ਜਵਾਬ ਦੇ ਦਿਓ, ਅਸੀਂ ਕੁਝ ਦਿਨ ਉਡੀਕਦੇ ਹਾਂ ਔਰ ਫਿਰ ਉਸ ਤੋਂ ਬਾਅਦ ਅਸੀਂ ਅਗਲਾ ਕੋਈ ਕਦਮ ਲਵਾਂਗੇ। ਜੇ ਤੁਸੀਂ ਇਹਦਾ ਕੋਈ ਹੱਲ ਕਰਤਾ ਫਿਰ ਅਸੀਂ ਅਗਲਾ ਕਦਮ ਨਹੀਂ ਪੁੱਟਾਂਗੇ, ਜਾਂ ਸਾਨੂੰ ਸਬੂਤ ਦੇ ਦਿਓ। ਤਾਂ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਧੱਕੇ ਹੁੰਦੇ ਵੀ ਰਹੇ ਹੈ। ਪਰ ਇਸ ਕੇਸ ਦੇ ਵਿੱਚ ਕੀ ਲੱਗਦਾ ਹੈ ਕਿ ਧੱਕਾ ਸੀਗਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ, ਤਾਂ ਹੀ ਉਹਦਾ ਫਿਰ ਰਿਐਕਸ਼ਨ ਇਸ ਤਰੀਕੇ ਦੇ ਨਾਲ ਆਇਆ ਹੈ? देखो जी, केस दे मेरिट बारे मैं कोई कमेंट नहीं करना। किडनैपिंग दा केस रजिस्टर्ड है, वो कितना सही है कितना गलत है ये तो पूरी तफ्तीश तो बाद ही पता चलेगा जी। पर अगर गलत केस सी तो ਉਹਦੇ तरीके सन ਉੱਚੇ ਅਫਸਰ ਨਾਲ ਇਨਕੁਆਇਰੀ ਅਦਾਲਤਾਂ हैं, अपनी अदालत लगा के आपे अदालत बन के तलवारां और बंदूकां लेके थाने नू घेर लेना और पुलिस नू कुटना, ये तो बहुत ही ਇਹਦੇ ਵਿੱਚ ਮੈਨੂੰ बहुत ही माड़ा भविष्य दिख रहा है। और 40 साल पीछे ਜਿਹੜਾ कुछ पंजाब च होया, ਮੈਨੂੰ लगता है कि ये ਜਿਹੜੇ ਇੱਥੇ बोल रहे हैं पॉलिटिशियन और नेता, वो भूल गए हैं कि की होया कैसे होया। ਇਹੋ ਜਿਹੀ ਗੱਲ एक बॉर्डर स्टेट पंजाब, जिथे ISI एक्टिव है, जिथे इतने अनासर एक्टिव हैं, अराजक तत्व, उत्थे ਇਹੋ ਜਿਹੀ ਗੱਲ ਨੂੰ एनकरेज नहीं की जानी चाहिए। ਅੱਛਾ, ਇੱਕ ਚੀਜ਼ ਹੋਰ ਦੱਸੋ, ਜਦੋਂ ਇਸ ਤਰ੍ਹਾਂ ਦੇ ਘਟਨਾਕ੍ਰਮ ਵਾਪਰਦੇ ਹੈ, ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜਾ ਜਵਾਬ ਮੰਗਿਆ ਗਿਆ ਕਿ ਪੁਲਿਸ ਨੂੰ ਸਾਨੂੰ ਰਿਪੋਰਟ ਦਿਓ ਇਸ ਸਾਰੇ ਘਟਨਾਕ੍ਰਮ ਦੇ ਉੱਤੇ, ਕੀ ਇਸ ਤਰ੍ਹਾਂ ਗ੍ਰਹਿ ਮੰਤਰਾਲੇ ਦੇ ਵੱਲੋਂ ਹਰੇਕ ਕੇਸ ਦੇ ਵਿੱਚ ਕੀਤਾ ਜਾਂਦਾ ਹੈ? ਕਿਉਂਕਿ ਪਹਿਲਾਂ ਪੰਚਕੂਲਾ ਦੇ ਵਿੱਚ ਜੋ ਹਿੰਸਾ ਵਾਪਰੀ ਸੀ, ਜਦੋਂ ਰਾਮ ਰਹੀਮ ਦੀ ਗ੍ਰਿਫਤਾਰੀ ਹੁੰਦੀ ਹੈ, ਉਸ ਸਮੇਂ ਕਈਆਂ ਦੀ ਜਾਨ ਵੀ ਗਈ, ਬਹੁਤ ਸਾਰੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ, ਵੱਡਾ ਨੁਕਸਾਨ ਹੋਇਆ ਸੀਗਾ। ਕਿ ਉਸ ਸਮੇਂ ਵੀ ਰਿਪੋਰਟ ਮੰਗੀ ਗਈ ਸੀ ਜਾਂ ਫਿਰ ਉਸ ਐਡੀ ਵੱਡੀ ਘਟਨਾ ਦੇ ਉੱਤੇ ਕਿਸੇ ਤਰ੍ਹਾਂ ਦੇ ਸਵਾਲ ਨਹੀਂ, ਔਰ ਇੱਥੇ ਕਿਸੇ ਦਾ ਚਲੋ ਠੀਕ ਹੈ ਨੁਕਸਾਨ ਆ, ਥਾਣੇ ਦੇ ਵਿੱਚ ਜਾ ਕੇ ਉਹ ਕੀਤਾ, ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਜਿਹੜੇ ਉਹ ਖੜੇ ਹੋਏ ਕਿ ਆਪ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਸੀ, ਪਰ ਇੱਥੇ ਨੁਕਸਾਨ ਜਿਹੜਾ ਜਾਨੀ ਕਿਸੇ ਦਾ ਨਹੀਂ ਹੋਇਆ, ਮਾਲੀ ਕਿਸੇ ਦਾ ਉਸ ਤਰੀਕੇ ਦਾ ਨੁਕਸਾਨ ਜਿਹੜਾ ਨਹੀਂ ਹੋਇਆ, ਜ਼ਖਮੀ ਜ਼ਰੂਰ ਪੁਲਿਸ ਮੁਲਾਜ਼ਮ ਹੋਏ ਹੈ, ਪਰ ਉਸ ਘਟਨਾਕ੍ਰਮ ਤੇ ਇਹਨੂੰ ਵੇਖਿਆ ਜਾ ਸਕਦਾ ਕਿਸ ਹਿਸਾਬ ਦੇ ਨਾਲ, ਜਾਂ ਕੇਂਦਰ ਇੰਟਰਫੇਰੈਂਸ ਜਿਹੜੀ ਆ ਉਹ ਲੱਗਦੀ ਤੁਹਾਨੂੰ ਕਿ ਵਾਜਬ ਹੈ? देखो जी, दो गल है। एक पहली गल तो लॉ एंड ऑर्डर स्टेट सब्जेक्ट है, ये राज्य सरकार दा फर्ज सी इनू अच्छी तरीके से हैंडल कर दे जी। जिथों तक सेंट्रल गवर्नमेंट दी रिपोर्ट मांगन दी, केस दी नवैयत और नजाकत के हिसाब से भारत सरकार नू पूरा हक है कि वो रिपोर्ट मांगे। दूसरी गल, तुसी जिहड़े पंचकूले वाले केस दी गल कीती और ए दी गल कीती, दोनों में कोई कंपैरिजन नहीं है।
ਉੱਥੇ ਵੀ ਇੱਕ ਕ੍ਰਿਮੀਨਲ ਸੀ, ਉਹਦੇ ਲਈ ਉੱਥੇ ਲੋਕੀ ਇਕੱਠੇ ਹੋਏ, ਜੋ ਕਿ ਹੋਇਆ, ਗੋਲੀ ਚੱਲੀ, ਲਾਠੀ ਚੱਲੀ, ਵਾਟ ਐਵਰ ਹੈਪਨ। ਬਟ ਇੱਥੇ ਇਹਦੀ ਟੋਨ और है, कोई खालिस्तान की गल कर रहा है, कोई होई और गल कर रहा है, तो दोनों ही घटनावां एक नहीं है। और सेंट्रल गवर्नमेंट ਨੂੰ अगर गल बढ़ती है तो अंत में तो उन्होंने संभालना पड़ेगा, पीछे भी सेंट्रल गवर्नमेंट ने ही संभालिया। ਅੱਛਾ, ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ MHA ਉਸ ਐਂਗਲ ਤੋਂ ਹੋ ਸਕਦਾ ਕਿ ਰਿਪੋਰਟ ਜਿਹੜੀ ਮੰਗ ਰਿਹਾ ਹੋਵੇ ਕਿ ਇਹਦੇ ਪਿੱਛੇ ਕੋਈ ਉਸ ਤਰ੍ਹਾਂ ਦਾ ਮੋਡਿਊਲ ਤਾਂ ਨਹੀਂ ਹੈ ਜਿਸ ਦਾ ਜ਼ਿਕਰ ਕੀਤਾ ਜਾਂਦਾ ਜਾਂ ਖਾਲਿਸਤਾਨ ਦੀ ਮੰਗ ਹੁੰਦੀ ਹੈ। ਬਿਲਕੁਲ 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 ਜਸਟੀਫਾਈਡ ਹੈ। ਉਹਨੂੰ ਦੇਖਣਾ ਹੈ ਇਹਦੇ ਪਿੱਛੇ ਕੌਣ ਹੈ, ISI ਹੈ, फॉरेन फंडिंग है, केड़े हैं जेड़े खालिस्तानी भाषा बोल रहे हैं या यूनियन ऑफ इंडिया के खिलाफ बोल रहा है अमृतपाल, केड़े हैं ये पीछे क्या है, तो उन्होंने रिपोर्ट भी मांगनी है और यदि गहराई नाल देखना भी चाहिए। हाथ विचों गल निकल जाए ਉਹਦੇ ਬਾਅਦ ਉਹ ਜਾਗੇ ਉਹ ਵੀ ਜਿੱਦਾਂ ਪਿੱਛੇ ਹੋਇਆ, ਫਿਰ ਤਾਂ और ਮਾੜੀ ਗੱਲ ਹੋਏਗੀ। ਅੱਛਾ, ਇੱਕ ਚੀਜ਼ ਹੋਰ ਹੈ, ਜੇ ਮੰਨ ਲਓ ਇਸ ਕੇਸ ਦੇ ਵਿੱਚ ਜਿਸ ਵਿਅਕਤੀ ਦੇ ਉੱਤੇ ਮਾਮਲਾ ਦਰਜ ਹੋਇਆ ਜਾਂ ਜਿਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੂਫਾਨ ਨੂੰ, ਉਸ ਨੂੰ ਚਲੋ ਅਮਰਿਤਪਾਲ ਸਿੰਘ ਹੋਣਾ ਦੇ ਸਮਰਥਕ ਆਏ ਵੱਡੀ ਗਿਣਤੀ ਦੇ ਵਿੱਚ, ਉਹਨਾਂ ਨੇ ਪੁਲਿਸ ਤੇ ਪ੍ਰੈਸ਼ਰ ਬਣਾਇਆ, ਉਹਨਾਂ ਨੇ ਉਸ ਨੂੰ ਹਿਰਾਸਤ ਦੇ ਵਿੱਚੋਂ ਬਾਹਰ ਵੀ ਕਰਵਾ ਲਿਆ। ਪਰ ਕੱਲ੍ਹ ਨੂੰ ਜੇ ਇਨਕੁਆਇਰੀ ਹੁੰਦੀ ਹੈ, ਜਿਸ ਹਿਸਾਬ ਨਾਲ SIT ਬਣ ਗਈ ਹੈ, ਜੇ ਉਹਦੇ ਵਿੱਚ ਇਹ ਵਾਕਈ ਬੇਦੋਸ਼ੀ ਪਾਏ ਜਾਣ ਕਿ ਇਹਨਾਂ ਦਾ ਕੋਈ ਘਟਨਾਕ੍ਰਮ ਦੇ ਵਿੱਚ ਹੱਥ ਨਹੀਂ ਸੀ, ਜਿਹੜੀ FIR ਦਰਜ ਹੋਈ ਉਹਦੇ ਵਿੱਚ ਕੋਈ ਆਧਾਰ ਨਹੀਂ ਸੀਗਾ, ਤਾਂ ਫਿਰ ਇੱਥੇ ਪੁਲਿਸ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਵੀ ਸਵਾਲਾਂ ਦੇ ਘੇਰੇ 'ਚ ਆ ਜਾਊਗੀ। ਤਾਂ ਫਿਰ ਇਹ ਉਹਦੇ 'ਤੇ ਕੀ ਕਾਰਵਾਈ ਬਣਦੀ ਹੈ? ਫਿਰ ਲੱਗਦਾ ਕਿ ਉਹ ਵੀ ਪੈਰਲਲ ਚੱਲਣਾ ਚਾਹੀਦਾ ਮਸਲਾ। दो गल्लां हैं अलग अलग। पहली गल कि अगर केस झूठा पाया जाता है तो जिसने केस बनाया ਉਹਦੇ ਤੇ कार्रवाई उस पुलिस अफसर ਦੇ होनी चाहिए। पर अगर केस झूठा भी बना है ਤਾਂ ਇਹ ਜਿਹੜੀ ਗੱਲ ਹੋਈ ਕਿ ਥਾਣੇ ਨੂੰ ਘੇਰ ਕੇ ਉੱਥੇ ਕਿਰਪਾਨਾਂ ਚਲੀਆਂ, ਪੁਲਿਸ ਨੂੰ ਕੁੱਟਿਆ, ਥਾਣਾ ਹਾਈਜੈਕ ਕਰ ਲਿਆ, ਇਹਦੇ ਤੇ ਪਰਚਾ ਕਰਕੇ ਜਿਹੜੇ ਵੀ ਬੰਦੇ ਰਿਸਪੌਂਸਿਬਲ ਹੈ, अमृतपाल हो, चाहे तूफान सिंह हो, चाहे नत्था सिंह हो, चाहे फत्ता सिंह हो, ABCD जी, उन्हों के खिलाफ सख्त कार्रवाई होनी चाहिए। ये गल नहीं इंकरेज की जानी चाहिए कि ये केस दर्ज होया तो चलो थाने नू घेर के अराजकता कर दो, तो दोवें गल्लां अलग हैं। अगर वो नाजायज़ परचा तो जेड़े अफसरां ने वो नाजायज़ परचा किया उन्हों के खिलाफ होना चाहिए, पर ये एक बहुत बड़ा ऑफेंस किया है इस मॉब ने, अमृतपाल लेड बाय अमृतपाल, ਇਹਦੇ ਤੇ ਕਾਰਵਾਈ ਹੋਣੀ ਚਾਹੀਦੀ। ਅੱਛਾ, ਤੁਹਾਨੂੰ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਦਬਾਅ ਇਸ ਗੱਲ ਦਾ ਸੀਗਾ ਕਿਉਂਕਿ ਹਾਲੇ ਤੱਕ ਜੇ ਮਾਮਲਾ ਦਰਜ ਨਹੀਂ ਹੋਇਆ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਉਹਨਾਂ ਦੇ ਉੱਤੇ ਮਾਮਲਾ ਦਰਜ ਹੋਣਾ ਚਾਹੀਦਾ ਸੀ, ਉਹਨਾਂ ਤੇ ਕਾਰਵਾਈ ਹੋਵੇ, ਜੇ ਹਾਲੇ ਤੱਕ ਨਹੀਂ ਹੋਇਆ ਇਹਦਾ ਮਤਲਬ ਦਬਾਅ ਹੈ ਪੁਲਿਸ ਤੇ? ऐसा है कि मैंने वो दिन देखे हैं 79, 81, 82 में अमृतसर से सी, यही हेजिटेंसी ले आके पंजाब नू उस मुहाने ते खड़ा कर दिता सी जिथे वो दुखांत होया जिहदा कोई अंदाजा नहीं सी। अगेन वो हेजिटेंसी नहीं दिखाई जानी चाहिए। मैं इतना ही कहना, उसी पैटर्न पे बात नहीं जानी चाहिए। बहुत कुछ हो चुका, भगवान करे कि अब वैसा रिपीट ना हो। अच्छा, सरकारां दी जिम्मेवारी किन्नी क मंनदे हो इन्हां चीज़ां दे विच? सरकार स्टेट गवर्नमेंट की टोटल जिम्मेदारी है, ये तो टोटल जिम्मेदारी लॉ एंड ऑर्डर स्टेट गवर्नमेंट पंजाब पुलिस दी है, दे शुड हैव हैंडल्ड इट प्रॉपरली। ठीक है, ठीक है। गुरदर्शन जी, जो साबका DGP जो गल कह रहे हैं ਉਹਦੇ ਮੁਤਾਬਕ ਤੁਹਾਨੂੰ ਕਿੰਨਾ ਕੁ ਲੱਗਦਾ ਗਾ? ਉਹ ਕਹਿੰਦੇ ਕਿ FIR ਚਾਹੇ ਝੂਠੀ ਸੀ ਚਾਹੇ ਸੱਚੀ ਸੀ, ਪਰ ਉਸ ਤੋਂ ਬਾਅਦ ਜਿਹੜਾ ਘਟਨਾਕ੍ਰਮ ਵਾਪਰਿਆ ਇਹ ਨਹੀਂ ਹੋਣਾ ਚਾਹੀਦਾ ਸੀਗਾ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਔਰ ਜੇਕਰ FIR ਉਹ ਵਾਕਈ ਜਿਹੜੇ ਪੁਲਿਸ ਮੁਲਾਜ਼ਮ ਨੇ ਕੀਤੀ ਹੈ ਉਹ ਝੂਠੀ ਪਾਈ ਜਾਂਦੀ ਹੈ ਕੱਲ੍ਹ ਨੂੰ ਇਨਕੁਆਇਰੀ ਦੇ ਵਿੱਚ, ਉਹਦੇ ਤੇ ਵੀ ਕਾਰਵਾਈ ਹੋਵੇ, ਇਹਨਾਂ ਤੇ ਵੀ ਪੈਰਲਲ ਕਾਰਵਾਈ ਹੋਵੇ। ਇਹਨਾਂ ਨੂੰ DGP ਸਾਹਿਬ ਜਿਹੜੇ ਰਿਟਾਇਰ ਹੋਏ ਆ ਜਾਂ ਐਕਟਿਵ ਆ, ਮੈਨੂੰ ਇਹ ਦੱਸਣ ਕਿੰਨੀ ਵਾਰੀ ਇਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ ਆ। ਇਹ ਖਾਲਿਸਤਾਨ ਵਾਲਿਆਂ ਤੇ ਤਾਂ ਐਕਸ਼ਨ ਚਾਹੁੰਦੇ ਆ, ਜਿਹੜੇ ਹਿੰਦੂ ਰਾਸ਼ਟਰ ਦੀ ਦਿਨ ਰਾਤ ਗੱਲਾਂ ਕਰੀਆਂ ਜਾ ਰਹੀਆਂ ਵੀ ਅਸੀਂ ਇਸ ਮੁਲਕ ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣਾ। ਪਾਂਡੇ ਸਾਹਿਬ, ਉਹਦੇ ਬਾਰੇ ਵੀ ਜ਼ਰਾ ਆਪਣਾ ਓਪੀਨੀਅਨ ਦੇ ਦਿਓ। ਕਹੋ ਖੁੱਲ ਕੇ ਕਿ ਉਹਨਾਂ ਤੇ ਵੀ, ਉਹਨਾਂ ਨੂੰ ਵੀ ਅਰੈਸਟ ਕਰਨਾ ਚਾਹੀਦਾ। ਕਹੋ ਖੁੱਲ ਕੇ,
ਕਹੋ ਖੁੱਲ ਕੇ ਕਿਸ ਤਰੀਕੇ ਨਾਲ ਪੰਜਾਬ ਦੇ ਪਾਣੀਆਂ ਦੀ ਅਨਕਨਸਟੀਟਿਊਸ਼ਨਲ ਤਰੀਕੇ ਨਾਲ ਲੈ ਕੇ ਖੋ ਕੇ ਰਾਜਸਥਾਨ ਦਾ ਕੀ ਹੱਕ ਆ ਪੰਜਾਬ ਦੇ ਪਾਣੀਆਂ ਦੇ ਉੱਤੇ, ਹਰਿਆਣੇ ਦਾ ਕੀ ਹੱਕ ਆ ਪੰਜਾਬ ਦੇ ਪਾਣੀਆਂ, ਦਿੱਲੀ ਦਾ ਕੀ ਹੱਕ ਆ ਪੰਜਾਬ ਦੇ ਪਾਣੀਆਂ ਦੇ ਉੱਤੇ। ਸਾਡੇ ਨਾਲ ਅਨਕਨਸਟੀਟਿਊਸ਼ਨੈਲਿਟੀ ਹੋਈ ਆ। ਨਵੰਬਰ 84 ਦੇ ਵਿੱਚ ਪਾਂਡੇ ਸਾਹਿਬ ਕਿੱਥੇ ਸੀਗੇ ਤੁਸੀਂ? ਕੀਤੇ ਸੀਗੇ ਤੁਹਾਡੀ ਪੁਲਿਸ ਦਿੱਲੀ ਦੇ ਵਿੱਚ ਕਿੰਨੀ ਵੱਡੀ ਪੁਲਿਸ ਫੋਰਸ ਸੀ, ਉਹ ਕਾਹਦੇ ਲਈ ਲਗਾਈ? ਸਿੱਖਾਂ ਨੂੰ ਮਾਰਨ ਲਈ ਲਗਾਈ, ਸਿੱਖਾਂ ਨੂੰ ਨਿਹੱਤੇ ਕਰਨ ਲਈ ਲਗਵਾਈ। ਇਤਿਹਾਸ ਬੋਲ ਰਿਹਾ। ਪਾਂਡੇ ਸਾਹਿਬ ਇੱਕ ਪਾਸੇ ਦੀ ਗੱਲ ਨਾ ਸੋਚੋ। ਇਹੀ ਦਾ ਕਾਰਨ ਆ, ਇਹੀ ਕਾਰਨ ਆ ਜਿਸ ਕਾਰਨ ਇਹ ਚੀਜ਼ਾਂ ਹੋ ਰਹੀਆਂ। ਤੁਹਾਡੇ ਤੇ ਫੇਥ, ਤੁਹਾਡੀ ਪੁਲਿਸ ਦੇ ਉੱਤੇ ਫੇਥ ਉੱਠ ਚੁੱਕਿਆ ਲੋਕਾਂ ਦਾ। ਇਹੋ ਜਿਹੀਆਂ ਗੱਲਾਂ ਮਤ ਕਰੋ। ਚਲੋ ਆਪਾਂ ਇਹਦਾ ਜਵਾਬ ਪਾਂਡੇ ਸਾਹਿਬ ਤੋਂ ਆਨਸਰ ਲਓ। ਮੈਂ ਆਨਸਰ ਚਾਹੁੰਦਾ ਪਾਂਡੇ ਸਾਹਿਬ ਤੋਂ। ਆਪਾਂ ਜਵਾਬ ਲੈ ਲੈਂਦੇ ਹਾਂ। ਕਿੱਥੇ ਸੀ ਪਾਂਡੇ ਸਾਹਿਬ? ਦਿੱਲੀ 'ਚ ਕੀ ਹੋਇਆ? ਦਿੱਲੀ ਤੋਂ ਬਾਹਰ ਕੀ ਹੋਇਆ ਸਿੱਖਾਂ ਨਾਲ? ਕਿੱਥੇ ਸੀ ਤੁਹਾਡੀ ਜੁਡੀਸ਼ਰੀ? ਸੂਓ ਮੋਟੋ ਨੋਟਿਸ ਕਿਉਂ ਨਹੀਂ ਲਿਆ? ਚਲੋ ਠੀਕ ਆ, ਆਪਾਂ ਪਾਂਡੇ ਜੀ ਤੋਂ ਇਸ ਦਾ ਜਵਾਬ ਲੈਂਦੇ ਆ ਜੀ। ਉਸ ਤੋਂ ਪਹਿਲਾਂ ਮਨਜਿੰਦਰ ਸਿਰਸਾ ਵੀ ਸਾਡੇ ਨਾਲ ਜੁੜੇ ਹੋਏ ਆ। ਸਿਰਸਾ ਸਾਹਿਬ ਪਾਂਡੇ ਤੋਂ ਜਵਾਬ ਚਾਹੀਦਾ। ਜੀ ਮਿਲੂਗਾ ਜਵਾਬ, ਆਪਾਂ ਲਵਾਂਗੇ ਉਹਨਾਂ ਤੋਂ ਵੀ। ਸਿਰਸਾ ਜੀ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਜੋ ਇਹਨਾਂ ਨੇ ਗੱਲ ਕਹੀ ਹੈ ਕਿ ਜੇ ਖਾਲਿਸਤਾਨ ਦਾ ਜ਼ਿਕਰ ਹੁੰਦਾ ਹੈ, ਉਹਨਾਂ ਦੇ ਉੱਤੇ FIR ਦਰਜ ਕੀਤੀ ਜਾਂਦੀ ਹੈ, ਤਾਂ ਫਿਰ ਜਿਹੜੇ ਹਿੰਦੂ ਰਾਸ਼ਟਰ ਦੀ ਮੰਗ ਕਰਦੇ ਆ ਉਹਨਾਂ ਤੇ ਵੀ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ, ਉਹਨਾਂ ਤੇ ਕਾਰਵਾਈਆਂ ਕਿਉਂ ਨਹੀਂ ਹੁੰਦੀਆਂ? ਸਿਰਸਾ ਜੀ, ਮੇਰੀ ਆਵਾਜ਼ ਆ ਰਹੀ ਤੁਹਾਡੇ ਕੋਲੇ? ਮਨਜਿੰਦਰ ਸਿਰਸਾ ਹੁਣੀ ਲੱਗਦਾ ਸੰਪਰਕ ਉਹਨਾਂ ਦੇ ਨਾਲ ਨਹੀਂ ਬਣ ਪਾ ਰਿਹਾ, ਆਵਾਜ਼ ਨਹੀਂ ਪਹੁੰਚ ਰਹੀ। ਪਾਂਡੇ ਜੀ, ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ? ਕਿ ਲੱਗਦਾ ਤੁਹਾਨੂੰ ਕਿ ਜਦੋਂ ਉਸ ਤਰ੍ਹਾਂ ਦਾ ਜ਼ਿਕਰ ਹੁੰਦਾ ਖਾਲਿਸਤਾਨ ਦੇ ਮਸਲੇ ਦੇ ਉੱਤੇ, ਜੇਕਰ ਇਹ ਕਿਹਾ ਜਾਂਦਾ ਹੈ ਕਾਰਵਾਈ ਹੋਵੇ, ਪਰਚੇ ਕੀਤੇ ਜਾਣੇ ਚਾਹੀਦੇ ਆ, ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ, ਤਾਂ ਜਿਹੜੇ ਹਿੰਦੂ ਰਾਸ਼ਟਰ ਦਾ ਜ਼ਿਕਰ ਕਰਦੇ ਨੇ, ਕਿਉਂਕਿ ਬਹੁਤ ਸਾਰੀ ਕਮਿਊਨਿਟੀਜ਼, ਬਹੁਤ ਸਾਰੀਆਂ ਜਾਤਾਂ ਧਰਮਾਂ ਦੇ ਲੋਕ ਜਿਹੜੇ ਨੇ ਉਹ ਇਸ ਦੇਸ਼ ਦੇ ਵਿੱਚ ਰਹਿੰਦੇ ਆ, ਤੇ ਜੇ ਇੱਕ ਧਰਮ ਨੂੰ ਲੈ ਕੇ ਕਿਹਾ ਜਾਵੇ ਕਿ ਇੱਕੋ ਰਾਸ਼ਟਰ ਬਣਾ ਦਿੱਤਾ ਜਾਊਗਾ, ਤਾਂ ਫਿਰ ਇਹ ਵੀ ਤਾਂ ਗਲਤ ਹੈ। ਜੀ ਪਾਂਡੇ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋਲੇ? ਮੇਰੇ ਨਾਲ ਗੱਲ ਕਰ ਰਹੇ ਹੋ? ਜੀ। ਦੇਖੋ ਜੀ, ਮੈਂ ਪੋਲੀਟਿਕਸ ਦੇ ਇਹਨਾਂ ਦੇ ਨਹੀਂ ਪੜ੍ਹਨਾ, ਪਰ ਇਹ ਜਿਹੜੇ ਗੱਲ ਕਰ ਰਹੇ ਸੀ ਵਾਇਲੈਂਸ ਦੀ, ਵਾਇਲੈਂਸ ਪੰਜਾਬ 'ਚ ਇਤਨੀ ਹੋਈ। मैं वायलेंस के खिलाफ हाँ। मैं नहीं चाहता कि पंजाब उसी दुकान से जाए और खालिस्तान नाम से या हिंदू राष्ट्र के नाम से किसी तरीके का वायलेंस होए जो अजनाले च होया ਉਹਨੂੰ सख्ती से कंट्रोल किया जाना चाहिए। मेरा इतना ही कहना है एज ए पुलिस अफसर। मैं इन्हों के पोलिटिकल स्टेटमेंट तो नहीं पढ़ना, पानी फलाना ढींगा, ये मैं पॉलिटिक्स नहीं करना, पॉलिटिक्स मेरा धंधा है। चलो ठीक है। साडे नाल लॉ एंड ऑर्डर शुड बी मेनटेन जी। गुरचरण सिंह गरेवाल SGPC मैंबर सकत्तर ने और वो भी साडे नाल जुड़े आ, उन्होंने तो भी सवाल ले लेने। जिहड़ा गुरचरण सिंह जी ये सब घटनाक्रम वापरिया और उस तो बाद श्री अकाल तख्त साहब के वल्लों कमेटी बना दी गई है, ये कमेटी किस हिसाब के नाल काम करूगी, की जिम्मेवारी उन्होंने लगाई गई है, और जे गुरु ग्रंथ साहब की मर्यादा की गल करिए तो मर्यादा की कहती है, थोड़ा दस्यो विस्तार दे विच। देखो ये जिहड़ी इहदा विचार है ना जी, जिहड़ा ये वापरिया कहने अजनाला एपीसोड, ਇਹਦੇ ਵਿੱਚ ਸਭ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਵਾਲਾ ਮਸਲਾ ਤਾਂ ਹਾਲੇ ਬਹੁਤ ਬਾਅਦ ਚ ਆਉਂਦਾ, ਪਰ ਪਹਿਲਾਂ ਤਾਂ ਸਟੇਟ ਦੀ ਸਰਕਾਰ ਜਾਂ ਸੈਂਟਰ ਦੀ ਸਰਕਾਰ ਤੋਂ ਇਸ ਗੱਲ ਦਾ ਜਵਾਬ ਲੈਣਾ ਚਾਹੀਦਾ ਵੀ ਇਹ ਕਿਉਂ ਵਾਪਰਿਆ। ਹੁਣ ਜਿੱਥੇ ਅਮਰਪਾਲ ਸਿੰਘ ਦੀ ਗੱਲ ਆਉਂਦੀ ਆ ਤੇ ਉੱਥੇ ਉਹ ਕਹਿੰਦਾ ਵੀ ਮੇਰੇ ਬੰਦੇ ਨੇ ਝੂਠਾ ਪਰਚਾ ਕੀਤਾ, ਇਸ ਗੱਲ ਦਾ ਸਬੂਤ ਹੋ ਗਿਆ ਕਿ ਪੁਲਿਸ ਨੇ ਜਾ ਕੇ ਗੋਡੇ ਟੇਕ ਕੇ ਮਿਹਨਤ ਕਰਕੇ ਹੱਥ ਬੰਨ੍ਹ ਕੇ ਕਿਹਾ ਜੀ ਇਹ ਬੰਦਾ ਇਨਵੋਲਵ ਸੀ। ਇਸ ਗੱਲ ਦਾ ਜਵਾਬ ਕੌਣ ਦੇਵੇਗਾ ਜੀ? ਸਾਰੀ ਸਟੇਟ ਦੇ ਵਿੱਚ ਇੱਕ ਹਾਲਾਤਾਂ ਦੇ ਉੱਤੇ ਬੜਾ ਇਸ ਘਟਨਾ ਦਾ ਜਿਹੜਾ ਅਸਰ ਪਿਆ ਉਹ ਇਸ ਪੰਜਾਬ ਤੇ ਬੜਾ ਜਿਹੜਾ ਉਹਦਾ ਡੂੰਘਾ ਅਸਰ ਪੈਣਾ, ਉਹਦਾ ਜਵਾਬ ਕੌਣ ਦੇਵੇਗਾ? ਕੇਂਦਰ ਦੀ ਸਰਕਾਰ ਇਸ ਗੱਲ ਬਾਰੇ ਕੀ ਕਹਿਣਾ ਚਾਹੁੰਦੀ ਆ? ਇਹ ਸਾਰੇ ਘਟਨਾਕ੍ਰਮ ਦਾ ਵੀ ਵਿਚਾਰ ਕਰਨੀ ਚਾਹੀਦੀ ਹੈ। ਰਹੀ ਗੱਲ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਆ, ਉਹਦੇ ਬਾਰੇ ਵੱਖਰੀਆਂ ਰਿਆਵਾਂ ਸੀ, ਤੇ ਇਸ ਕਰਕੇ ਜਥੇਦਾਰ ਸਾਹਿਬ ਨੇ ਦਾ ਫਰਜ਼ ਆ ਤੇ ਉਹਨਾਂ ਦੀ ਡਿਊਟੀ ਆ ਕਿ
ਧਾਰਮਿਕ ਮੁੱਦੇ ਦੇ ਬਾਰੇ ਦੇ ਵਿੱਚ ਜਿਹੜਾ ਕਿ ਉਹ ਸਾਨੂੰ ਜਾਣਕਾਰੀ ਦੇਣ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਸਰੂਪ ਉੱਤੇ ਲਿਜਾਣ ਦੇ ਬਾਰੇ ਵਿੱਚ ਸਿੰਘ ਸਾਹਿਬ ਨੇ ਆਪਣਾ ਮਤ ਇਕੱਲਿਆਂ ਦਾ ਨਹੀਂ ਰੱਖਿਆ, ਉਹਨਾਂ ਨੇ 5 ਮੈਂਬਰੀ ਕਮੇਟੀ ਬਣਾਈ ਹੈ। ਜਿਹੜੀ ਕਮੇਟੀ ਇਸ ਗੱਲ ਦੀ ਘੋਖ ਕਰੇਗੀ ਕਿ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਦਿਨ ਜਿਹੜੇ ਲੈ ਕੇ ਗਏ ਆ, ਜਿਵੇਂ ਕੁਝ ਬੰਦੇ ਕਹਿੰਦੇ ਆ ਕਿ ਉਹਨਾਂ ਨੇ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਲੈ ਗਏ ਆ, ਜੇ ਆੜ ਸਾਬਤ ਹੁੰਦੀ ਆ ਤਾਂ ਮਾੜੀ ਗੱਲ ਆ। ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਅਸੀਂ ਨਿੱਜੀ ਧਰਨੇ ਨਹੀਂ ਲਾਉਣੇ ਚਾਹੀਦੇ ਸਾਨੂੰ। ਠੀਕ ਹੈ, ਪਿਛਲੇ ਦਿਨਾਂ 'ਚ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤ ਛਕਾਉਣ ਦੀ ਗੱਲ ਜਾਂ ਕੋਈ ਵੀ ਐਸੀਆਂ ਗੱਲਾਂ ਕੀਤੀਆਂ ਚੰਗੀਆਂ ਨਹੀਂ, ਪਰ ਇਸ ਦੇ ਬਾਰੇ ਸਿੱਖ ਸੰਗਤ ਦੇ ਵਿੱਚ ਬੜਾ ਮਨ ਦੇ ਅੰਦਰ ਦੁਬਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਆਪਣੇ ਧਰਨੇ ਜਾਂ ਬੰਦਾ ਛਡਾਉਣ ਦੇ ਲਈ ਇਸ ਆੜ ਦੇ ਵਿੱਚ ਲੈ ਉਹ ਸ਼ਾਇਦ ਚੰਗਾ ਨਹੀਂ ਸੀ। ਇਸ ਕਰਕੇ ਸੰਗਤ ਦੀ ਦੁਬਦਾ ਨੂੰ ਦੂਰ ਕਰਨ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜੋ 5 ਮੈਂਬਰੀ ਕਮੇਟੀ ਬਣਾਈ ਹੈ, ਉਹ ਇੱਕ ਮਤ ਵੱਖ-ਵੱਖ ਮਤ ਜਿਹੜੇ ਆ ਉਹ ਇਕੱਠੇ ਹੋ ਕੇ ਇਸ ਗੱਲ ਲਈ ਕਰਨਗੇ ਤਾਂ ਕਿ ਅਗਾਂਹ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਜਿਹਦੇ ਨਾਲ ਸਿੱਖਾਂ ਦੇ ਉੱਤੇ ਕਿਸ ਤਰ੍ਹਾਂ ਦੀ ਦੁਬਦਾ ਜਾਂ ਫੇਕ ਪਹੁੰਚੇ। ਹਾਂਜੀ, ਨਹੀਂ ਹੁਣ ਤੱਕ ਦੀ ਮਰਿਆਦਾ ਕੀ ਕਹਿੰਦੀ ਹੈ, ਇਸ ਤਰ੍ਹਾਂ ਲਿਜਾਇਆ ਜਾ ਸਕਦਾ ਜਾਂ ਨਹੀਂ ਲਿਜਾਇਆ ਜਾ ਸਕਦਾ? ਇਹ ਦੇਖੋ, ਇਹ ਹੁਣ ਅਕਾਲ ਤਖ਼ਤ ਸਾਹਿਬ ਨੇ ਜੋ ਕਮੇਟੀ ਬਣਾਤੀ ਹੈ ਤੇ ਮੈਂ ਆਪਣਾ ਮਤ ਨਹੀਂ ਦੇ ਸਕਦਾ ਜਿੰਨੀ ਦੇਰ ਤੱਕ ਉਹਨਾਂ ਵੱਲੋਂ ਕੋਈ ਫੈਸਲਾ ਨਹੀਂ ਹੁੰਦਾ। ਇਹ ਵੱਖਰੇ ਵੱਖਰੇ ਵਿਚਾਰ ਨੇ। ਸੰਗਤ ਵੱਡੀ ਗਿਣਤੀ ਵਿੱਚ, ਇਹ ਗੱਲ ਕੋਈ ਸ਼ੱਕ ਨਹੀਂ ਕਿ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਇਹ ਗੱਲ ਕਹਿੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਨਹੀਂ ਲੈਣੀ ਚਾਹੀਦੀ ਸਾਨੂੰ। ਇਹ ਗੱਲ ਨਹੀਂ ਹੈ, ਗੁਰੂ ਦਾ ਓਟ ਅਸਲਾ ਲੈਣਾ ਚਾਹੀਦਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾਰੇ ਦੀ ਆੜ ਨਹੀਂ ਲੈਣੀ ਚਾਹੀਦੀ। ਇਹ ਗੱਲ ਹੈ, ਪਰ ਹੁਣ ਇਹਦੇ ਬਾਰੇ ਮੈਂ ਕੋਈ ਫੈਸਲਾ ਦੇਣਾ, ਮੈਨੂੰ ਲੱਗਦਾ ਜਦੋਂ ਕਮੇਟੀ ਬਣ ਚੁੱਕੀ ਹੈ, ਆਉਣ ਵਾਲੇ ਦਿਨਾਂ ਵਿੱਚ 15 ਦਿਨ ਦਾ ਟਾਈਮ ਦਿੱਤਾ ਸਿੰਘ ਸਾਹਿਬ ਨੇ, ਨਾਲੇ ਉਹਨਾਂ ਦਾ ਪ੍ਰੈਰੋਗੇਟਿਵ ਆ ਕਿ ਕੋਈ ਵੀ ਗੱਲ ਹੈ, ਕਿਉਂਕਿ ਅਸੀਂ ਨਹੀਂ ਕਹਿੰਦੇ ਕਿ ਕੋਈ ਵੀ ਕੋਈ ਕਹੇ ਕਿ ਨਹੀਂ ਸਾਡੇ ਖਿਲਾਫ ਫੈਸਲਾ ਹੈ। ਸਮੁੱਚੇ ਰੂਪ ਵਿੱਚ ਹੋ ਰਿਹਾ, 5 ਸਿੰਘ ਤੇ ਬਾਅਦ ਜਥੇਦਾਰ ਸਾਹਿਬ ਇਸ ਗੱਲ ਬਾਰੇ ਫੈਸਲਾ ਕਰਨਗੇ, ਇਹ ਚੰਗੀ ਗੱਲ। ਅੱਛਾ, ਇੱਕ ਚੀਜ਼ ਦੱਸੋ ਕਿ ਜਿਸ ਤਰ੍ਹਾਂ ਸਿਆਸੀ ਲੋਕ, ਕਈ ਪਾਰਟੀਆਂ ਇਹ ਗੱਲ ਕਹਿੰਦੀਆਂ ਨੇ ਕਿ ਆਮ ਆਦਮੀ ਪਾਰਟੀ ਕਾਨੂੰਨ ਵਿਵਸਥਾ ਨੂੰ ਸਹੀ ਤਰ੍ਹਾਂ ਸੰਭਾਲ ਨਹੀਂ ਪਾ ਰਹੀ, ਤੁਸੀਂ ਵੀ ਇਸ ਚੀਜ਼ ਦਾ ਜ਼ਿਕਰ ਕੀਤਾ, ਉਹ ਇਹ ਗੱਲ ਕਹਿੰਦੇ ਆ ਕਿ ਬੀਜੇਪੀ ਇੱਥੇ ਰਾਸ਼ਟਰਪਤੀ ਰਾਜ ਲਾਗੂ ਕਰਵਾਉਣਾ ਚਾਹੁੰਦੀ ਹੈ ਤੇ ਬਾਕੀ ਪਾਰਟੀਆਂ ਵੀ ਇਸ ਬਾਬਤ ਜ਼ੋਰ ਲਾ ਰਹੀਆਂ ਨੇ, ਜਾਂ ਕਾਂਗਰਸ ਵਾਲੇ ਤਾਂ ਇੱਥੋਂ ਤੱਕ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਵੀ ਇਸੇ ਕੋਸ਼ਿਸ਼ ਦੇ ਵਿੱਚ ਹੈ। ਤੁਹਾਨੂੰ ਕਿੰਨਾ ਕੁ ਲੱਗਦਾ ਕਿ ਇਹ ਸਖਾਲਾ ਆ ਜਾਂ ਇਸ ਤਰ੍ਹਾਂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ? ਦੇਖੋ, ਜਿਹੜੀ ਲਾਅ ਐਂਡ ਆਰਡਰ ਵਾਲੀ ਗੱਲ ਆ, ਇੱਥੇ ਸਰਕਾਰ ਨਾਲ ਨਹੀਂ ਕੋਈ ਚੀਜ਼ ਨਹੀਂ। ਇਹ ਤਾਂ ਗੱਲ ਦਿਖਾਈ ਕਿ ਇਸ ਘਟਨਾ ਤੋਂ ਪਹਿਲਾਂ ਵੀ ਬਹੁਤ ਕੁਝ ਹੋ ਚੁੱਕਿਆ। ਮਤਲਬ ਹਰ ਰੋਜ਼ ਇੱਥੇ ਕੀ ਹੋ ਰਿਹਾ ਯਾਰ, ਬੰਦੇ ਦਾ ਹੱਥ ਵੱਢਦਾ, ਮਤਲਬ ਕਸੂਰ ਦੇਖੋ, ਇੰਨੀ ਜ਼ਾਲਮਾਨਾ ਗੱਲ ਚੱਲ ਰਹੀ ਆ। ਜੇ ਉਹਨਾਂ ਨੂੰ ਖਿਆ ਹੈ, ਜੇ ਉਹਨਾਂ ਨੂੰ ਖੁੱਲ੍ਹ ਆ ਤਾਂ ਹੀ ਹੋ ਰਹੀ ਹੈ ਨਾ। ਇੱਥੇ ਜਵਾਬ ਮਤਲਬ ਦੇਣ ਵਾਲਾ ਹੀ ਕੋਈ ਨਹੀਂ ਆ। ਜਵਾਬ ਪੁੱਛੋ ਤੇ ਮੁੱਖ ਮੰਤਰੀ ਆਪਦੀਆਂ ਮਸਲੇ ਸੁਣਾਉਣ ਲੱਗ ਜਾਂਦਾ। ਮਤਲਬ ਇੰਨਾ ਮਾੜਾ ਹਾਲਾਤ ਆ ਕਿ ਸਵਾਲ ਲੋਕਾਂ ਦੇ ਸਵਾਲ ਨੂੰ ਸੁਣਿਆ ਨਹੀਂ ਜਾ ਰਿਹਾ। ਕਾਹਦਾ ਲੋਕਤੰਤਰ ਹੈ ਜੀ ਇੱਥੇ? ਬਿਲਕੁਲ 100% ਫੇਲ ਹੋ ਚੁੱਕਿਆ। ਅਸੀਂ ਪਹਿਲਾਂ ਇਹ ਗੱਲ ਕਹੀ ਸੀ ਕਿ ਸਰਕਾਰ ਚੰਡੀਗੜ੍ਹ ਤੋਂ ਨਹੀਂ ਚੱਲਦੀ, ਇਹ ਸਰਕਾਰ ਦਿੱਲੀ ਤੋਂ ਚੱਲਦੀ ਆ। ਦਿੱਲੀ ਤੋਂ ਚੱਲਣ ਵਾਲੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਤਾ। ਪੰਜਾਬ ਸਾਡਾ ਪੰਜਾਬ ਆ, ਮੇਰੀ ਰੂਹ ਜੁੜੀ ਆ ਇਸ ਪੰਜਾਬ ਦੇ ਨਾਲ। ਇਹਨਾਂ ਲੋਕਾਂ ਨੇ 92 ਗੁੰਡੇ ਜਿਹੜੇ ਉੱਥੇ ਬੈਠੇ ਆ, ਜਿਨ੍ਹਾਂ ਦੇ ਕੋਲ ਜਾਨ ਨਹੀਂ ਹੈਗੀ, ਕਿ ਉਹ ਕੇਜਰੀਵਾਲ ਦੀ ਕੀਤੀ ਹੋਈ ਗੱਲ ਨੂੰ ਕਹਿੰਦੇ ਆ ਉਲਟਾ ਦੇਣ ਤੇ ਕੇਜਰੀਵਾਲ ਪੰਜਾਬ ਨੂੰ ਲੁੱਟ ਝਾੜਦੀ ਆ, ਅਬਦਾਲੀ ਆ, ਸਾਹਿਬ ਅਬਦਾਲੀ ਤੋਂ ਵੀ ਵੱਡਾ ਡਾਕੂ ਆ। ਤੇ ਪੰਜਾਬ ਦੇ ਲੋਕ ਜਿਹੜੇ ਆ, ਇਹਨਾਂ ਨੂੰ ਉੱਠਣਾ ਚਾਹੀਦਾ। ਇਹ ਪੰਜਾਬ ਇਹਨਾਂ ਤੋਂ ਨਹੀਂ ਸਾਂਭਿਆ ਜਾਣਾ। ਹਾਂ, ਜਿਹੜੀ ਰਾਸ਼ਟਰਪਤੀ ਰਾਜ, ਉਹ ਰਾਸ਼ਟਰਪਤੀ ਰਾਜ ਲਾਗੂ ਹੋਣਾ ਮਾੜੀ ਗੱਲ ਹੈ। ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵਾਂਗੇ, ਕਿਉਂਕਿ ਲੋਕਤੰਤਰ ਹੈ। ਤੇ ਇਸ ਦਾ ਕੀ ਰਾਹ ਲੱਭਿਆ ਜਾਵੇ, ਅੱਜ ਸਾਡੀ ਸਮਝ ਤੋਂ ਬਾਹਰ ਹੈ। ਬਹੁਤ ਮਾੜੇ ਹਾਲਾਤ ਨੇ। ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦਾ ਸਰਵਾਈਵ ਕਰਨਾ, ਲੁੱਟਿਆ ਜਾ ਰਿਹਾ ਪੰਜਾਬ। ਇੱਥੇ ਦੰਗੇ ਮਾਰਦੇ ਸੀ ਅਖਬਾਰਾਂ ਨੂੰ ਤੇ ਚੈਨਲਾਂ ਨੂੰ ਪੈਸੇ ਦੇ ਕੇ, ਤੇ ਜਿਹੜਾ ਇਹਨਾਂ ਦਾ ਨਿਵੇਸ਼ ਕਰਨ ਦਾ ਜਿਹੜਾ ਪ੍ਰੋਗਰਾਮ ਸੀ, ਉਹ ਇੰਨਾ ਮਹਾ ਫਲਾਨ ਹੋਗਾ। ਦੱਸੋ ਜੀ ਇੱਥੇ ਕੌਣ ਆਏਗਾ? ਇੱਥੇ ਜੋ ਪੰਜਾਬ ਦੇ ਹਾਲਾਤ ਨੇ, ਇੱਥੇ ਕੌਣ ਪੈਸਾ ਲਾਏਗਾ? ਕੋਈ ਲਾ ਸਕਦਾ, ਇੱਥੋਂ ਭੱਜ ਰਹੇ ਨੇ। ਇਸ ਕਰਕੇ ਹਾਲਾਤ ਬਹੁਤ ਨੇ, ਮਾੜੇ ਹੋਏ ਨੇ। ਇੱਥੇ ਕੋਈ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ। ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸੋਚਣੀ ਪਏਗੀ ਕਿ ਇਹਦਾ ਫੈਸਲਾ ਇਹਨਾਂ ਦਿਨਾਂ ਵਿੱਚ ਕੀ ਹੱਲ ਕੱਢਿਆ ਜਾ ਸਕਦਾ ਜੀ। ਚਲੋ ਠੀਕ ਹੈ, ਜੁੜੇ ਰਹੇ। ਏ.ਕੇ. ਪਾਂਡੇ ਜੀ ਸਾਡੇ ਨਾਲ ਨੇ। ਏ.ਕੇ. ਪਾਂਡੇ ਜੀ, ਜਿਸ ਤਰ੍ਹਾਂ ਇਹ ਸਾਰਾ ਘਟਨਾਕ੍ਰਮ ਵਾਪਰਿਆ, ਪੁਲਿਸ ਦੇ ਕਈ ਜਵਾਨ ਜ਼ਖਮੀ ਹੋਏ ਸੀਗੇ ਔਰ ਉਹਨਾਂ ਦੇ ਵਿੱਚ SP ਲੈਵਲ ਤੱਕ ਦੇ, SSP ਲੈਵਲ ਤੱਕ ਦੇ ਜਿਹੜੇ ਅਧਿਕਾਰੀ ਸੀ ਉਹ ਵੀ ਮੌਜੂਦ ਸੀਗੇ, ਔਰ ਹਾਕੀ ਦੇ ਕਪਤਾਨ ਜੁਗਰਾਜ ਸਿੰਘ ਉਹ ਵੀ ਜ਼ਖਮੀ ਹੋ ਗਏ ਸੀ, ਸਿਰ ਦੇ ਵਿੱਚ ਸੱਟਾਂ ਲੱਗੀਆਂ, ਟਾਂਕੇ ਵੀ ਬਾਅਦ ਦੇ ਵਿੱਚ ਲਗਾਏ ਗਏ ਉਹਨਾਂ ਨੂੰ ਕਾਫੀ ਜ਼ਿਆਦਾ। ਤਾਂ
ਇਹ ਸਾਰਾ ਘਟਨਾਕ੍ਰਮ ਜਦੋਂ ਵਾਪਰਦਾ ਹੈ ਔਰ ਪੁਲਿਸ ਇਸ ਸਥਿਤੀ ਦੇ ਵਿੱਚ ਹੁੰਦੀ ਹੈ ਕਿ ਅਸੀਂ ਇੱਥੇ ਇਹਨਾਂ ਦਾ ਸਾਹਮਣਾ ਕਰੀਏ ਜਾਂ ਫਿਰ ਬੈਕਫੁੱਟ ਦੇ ਉੱਤੇ ਹੋ ਜਾਈਏ, ਤਾਂ ਕੀ ਇਹ ਸਾਰੇ ਦੇ ਨਾਲ ਮੋਰਲ ਵੀ ਡਾਊਨ ਹੁੰਦਾ ਪੁਲਿਸ ਦਾ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੀ ਹੈ ਜਾਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਔਰ ਉਸ ਤੋਂ ਬਾਅਦ ਮਾਮਲੇ ਵੀ ਦਰਜ ਨਹੀਂ ਹੁੰਦੇ? ਫਿਰ ਪੁਲਿਸ ਦਾ ਮੋਰਲ ਬਹੁਤ ਡਾਊਨ ਹੁੰਦਾ। ਔਰ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਵਾਇਰਲ ਹੋਈ ਹੈ, ਜਿਹਦੇ 'ਚ ਪੰਜਾਬ ਪੁਲਿਸ ਦਾ ਇੱਕ ਕਾਂਸਟੇਬਲ ਕਹਿ ਰਿਹਾ ਹੈ ਕਿ ਅਸੀਂ ਕੁੱਟ ਖਾ ਰਹੇ ਸੀ, ਸਾਡੇ ਸੀਨੀਅਰ ਅਫਸਰ ਕੁਝ ਬੋਲ ਹੀ ਨਹੀਂ ਰਹੇ ਸੀ, ਨਾ ਹੁਕਮ ਦੇ ਰਹੇ ਸੀ। ਤੋ ਇਹ ਗੱਲ ਪੁਲਿਸ ਫੋਰਸ ਦੇ ਮੋਰਲ ਲਈ ਤਾਂ ਬਹੁਤ ਮਾੜੀ ਹੈ। ਸਿਚੁਏਸ਼ਨ ਨੂੰ ਸਹੀ ਸਮੇਂ 'ਤੇ ਸਹੀ ਫੈਸਲਾ ਲੈ ਕੇ ਠੀਕ ਢੰਗ ਸੇ ਟੈਕਲ ਕਰਨਾ ਚਾਹੀਦਾ ਸੀ। ਇਹ ਨੌਬਤ ਨਹੀਂ ਆਣੀ ਚਾਹੀਦੀ ਸੀ ਜਿਹੜਾ ਕੁਝ ਹੋਇਆ। ਇਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਕਿ ਥਾਣਾ ਦਾ ਘਿਰਾਓ ਕਰਕੇ ਪੁਲਿਸ ਨੂੰ ਉੱਥੇ ਆ ਕੇ 100-200 ਬੰਦੇ ਕੁੱਟ ਦੇ। ਇਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ, ਨਾ ਦੇਸ਼ ਦੇ ਹਿੱਤ ਵਿੱਚ। ਜੇ ਤੁਹਾਡੇ ਹਿਸਾਬ ਦੇ ਨਾਲ ਉੱਥੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਸੀਗੀ? देखिए, बहुत बाद में तो कहना बड़ा आसान होता है। बहुत कुछ किया जा सकता सी। इंटेलिजेंस होती, इनू थाने तो पहले इंटरसेप्ट करके इन्हां नाल नेगोशिएट करना चाहिए सी। गुरु ग्रंथ साहब स्वरूप नू इनू समझाना चाहिए सी कि भाई इनू रखो, किधरे स्थापित करो, इनू लेके नाल न चलो, कहीं भीड़ भड़के में ओदे बेअदबी न हो जाए। हाँ, थाने तक इनू आन नहीं देना चाहिए सी। पहले इनू गलबात करते। जो थाने विच कुट खा के पुलिस ने जड़ी गल की थी, पहले दूर दूर खड़े करके इनू गल कर लेते। इंटेलिजेंस की कमी रही है, बहुत कुछ हो सकता सी, पर बाद में कहना सब कुछ आसान। इंटेलिजेंस की कमी रही है। जी, इंटेलिजेंस की कमी रही है किते न किते सारे घटनाक्रम दे विच। हर पासे दी कमी रही है। पुलिस फोर्स इनएडिक्वेट सी, ज़्यादा पुलिस फोर्स होनी चाहिए सी। सही समय पे उन्होंने नाल अमृतपाल या जेड़े उन्होंने लीडर से उन्होंने गल करके ये सिचुएशन शुड हैव नॉट बीन अलाउड टू रीच दिस पोजीशन। दिस इज नॉट इन द इंटरेस्ट ऑफ स्टेट। दैट इज व्हाट आई से। जी गरेवाल जी, जिस तरह ये हुण सारा कुछ ये घटनाक्रम वापर गया तो इस तो बाद हुण जे कमेटी जिहड़ा फैसला करती है, कमेटी का फैसला अगर किसी को मंजूर नहीं होंदा, धिर नूं वो मनण दे लई तैयार नहीं होंदे, तो फिर अगला एक्शन किस तरह का उलीकिया जा सकता है या मर्यादा के मुताबक की कार्रवाई की जा सकती है? जदों इस तरह कमेटियां बनदियां ने, फैसले लए जाते हैं, तो फिर उसनूं जेकर कोई मनण नूं तैयार नहीं होंदा? गरेवाल जी, मेरी आवाज़ आ रही है तुहाडे कोले? चलो ठीक है। गरेवाल जी साडे नाल जुड़े, होर भी वक्-वक् पार्टियां दे जिहड़े आगू या सिख बुद्धिजीवी साडे नाल जुड़े, बहुत बहुत धन्नवाद उन्हां दा जुड़न दे लई। ए के पांडे जी, तुसीं भी साडे नाल जुड़े, कानून व्यवस्था नूं लैके जिहड़ी जानकारी तुसीं दित्ती है, या की कुछ इस दे उत्ते होर हो सकदा सी, इस सिचुएशन नूं किस हिसाब दे नाल संभालिया जा सकदा सी, उस विषय दे उत्ते तुसीं साडे नाल जिहड़ी गलबात कीती है, बहुत बहुत धन्नवाद जुड़न दे लई। तो गरेवाल जी दोबारा साडे नाल जुड़े है, संपर्क दे विच ने। गरेवाल जी, तुहाडे तो मेरा ये सवाल सीगा कि जेकर एक कमेटी बनी है जो फैसला ये लवेगी, उस तो बाद जेकर उस फैसले नूं कोई मनण दे लई तैयार नहीं हुंदागा, तो फिर मर्यादा की कहती है, फिर उस दे मुताबक की कार्रवाई की जा सकती है? कितनी जी आया मैं चलो, लगता संपर्क उन्होंने नाल नहीं बन पा रहा, आवाज़ जी उन्होंने कोल नहीं पहुँची। जी बहुत बहुत धन्यवाद जी, सारे जिन्ने भी मेहमान साडे नाल जुड़े, इस मसले के उत्ते गलबात की है। तो ये सारा घटनाक्रम जो अजनाला दे विच वापरिया उस विषय के उत्ते गलबात सी, और आने वाले दिनों के विच इस उत्ते जिहड़ा होर भी तलखी भी नज़र आ सकती है, बयानबाजियां भी नज़र आ सकती ने, पर मसला ये है कि इसका हल किवें कीता जाए, ये चीज़ किवें क्लीयर होवे कि श्री गुरु ग्रंथ साहब जी का सत्कार किवें बहाल रखना है, श्री गुरु ग्रंथ साहब जी की मर्यादा किवें बहाल रखनी है, कि इस तरह जेकर कोई अगे तो
ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਉਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ, ਜਾਂ ਇੱਕ ਜਿਹੜੇ ਸਖਤ ਨਿਰਦੇਸ਼ ਨੇ ਇਸ ਬਾਬਤ ਉਹ ਕਿਵੇਂ ਦਿੱਤੇ ਜਾ ਸਕਦੇ ਆ। ਕਿਉਂਕਿ ਜਿਸ ਤਰ੍ਹਾਂ ਗਰੇਵਾਲ ਜੀ ਗੱਲ ਕਰ ਰਹੇ ਸੀ ਕਿ ਇਹਦੇ ਮੁਤਾਬਕ ਕੋਈ ਇੱਕਮਤ ਨਹੀਂ ਹੈ। ਹਾਲੇ ਵੀ ਕੁਝ ਲੋਕ ਇਹ ਗੱਲ ਕਹਿੰਦੇ ਆ ਕਿ ਇਹ ਜੋ ਕੀਤਾ ਗਿਆ ਉਹ ਜਾਇਜ਼ ਸੀਗਾ, ਪਰ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਨਹੀਂ ਬਣਾਇਆ ਜਾਣਾ ਚਾਹੀਦਾ ਸੀ, ਕਿਉਂਕਿ ਫਿਰ ਸਵਾਲ ਤੁਹਾਡੇ ਉੱਤੇ ਖੜੇ ਹੁੰਦੇ ਆ ਕਿ ਇਹ ਜਾਣਬੁੱਝ ਕੇ ਅਜਿਹਾ ਕੁਝ ਕੀਤਾ ਗਿਆ ਔਰ ਇਹ ਮਰਿਆਦਾ ਨੂੰ ਕਿਤੇ ਨਾ ਕਿਤੇ ਢਾਲ ਆਉਣ ਵਾਲੀ ਗੱਲ ਸੀ। ਪਰ ਇਹਦੇ ਤੇ ਇੱਕਮਤ ਕੀ ਹੁੰਦਾ? ਹੁਣ ਜੋ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣੀ ਹੈ ਉਹ ਜਾਂਚ ਕਰਨ ਤੋਂ ਬਾਅਦ ਕਿਸ ਤਰ੍ਹਾਂ ਦੀ ਰਿਪੋਰਟ ਤਿਆਰ ਕਰੇਗੀ ਔਰ ਪੰਜ ਪਿਆਰੇ ਇਸ ਤੇ ਕੀ ਫੈਸਲਾ ਲੈਣਗੇ, ਇਹ ਸਭ ਕੁਝ ਵੇਖਣਾ ਬਹੁਤ ਅਹਿਮ ਹੋਊਗਾ। ਔਰ ਉਸ ਤੋਂ ਬਾਅਦ ਫਿਰ ਕੀ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਕੋਈ ਵਾਪਰੇਗੀ ਜਾਂ ਨਹੀਂ ਵਾਪਰੇਗੀ, ਇਸ ਬਾਬਤ ਵੀ ਜਿਹੜਾ ਉਹ ਨਿਗਾਹ ਰੱਖਣੀ ਬਹੁਤ ਜ਼ਰੂਰੀ ਹੋਏਗੀ। ਜੋ ਸਿੱਖ ਜਥੇਬੰਦੀਆਂ ਨੇ, ਸ਼੍ਰੀ ਅਕਾਲ ਤਖਤ ਸਾਹਿਬ, SGPC ਨੇ ਜਾਂ ਹੋਰ ਵੀ ਜਿੰਨੇ ਸਿੱਖ ਬੁੱਧੀਜੀਵੀ ਨੇ, ਕਿਉਂਕਿ ਜੇਕਰ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਔਰ ਕੋਈ ਮਰਿਆਦਾ ਨੂੰ ਢਾਹ ਲੱਗਦੀ ਤਾਂ ਫਿਰ ਜ਼ਿੰਮੇਵਾਰੀ ਕਿਸ ਦੀ ਹੋਣੀ ਸੀ? ਇੱਕ ਵੱਡਾ ਸਵਾਲ ਹੈ। ਸ਼ਾਇਦ ਇਸ ਦਾ ਜਵਾਬ ਫਿਲਹਾਲ ਤੱਕ ਮੈਨੂੰ ਲੱਗਦਾ ਨਹੀਂ ਕਿ ਕਿਸੇ ਕੋਲੇ ਵੀ ਉਹ ਹੋਏਗਾ। ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਫਿਰ ਜੁੜਾਂਗੇ ਤੁਹਾਡੇ ਨਾਲ ਕੋਈ ਹੋਰ ਮੁੱਦਾ ਲੈ ਕੇ। ਇਸ ਦੇ ਨਾਲ ਹੀ ਮੈਨੂੰ ਆਗਿਆ ਦਿਓ। ਧੰਨਵਾਦ। ਸਤਿ ਸ੍ਰੀ ਅਕਾਲ।